ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਠੀਕ ਹੈ ਰਾਜੇ। ਤੇ ਅੱਜ ਰਾਜੇ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਮਾਡਰਨ ਹਿਸਟਰੀ ਦਾ ਲੈਕਚਰ। ਕਾਹਦਾ ਰਾਜੇ? ਮਾਡਰਨ ਹਿਸਟਰੀ ਦਾ ਲੈਕਚਰ ਲੈ ਕੇ ਆਏ ਆ, ਜਿਹੜੀ ਕਿ ਆਪਣੇ ਸਾਰੇ ਪੇਪਰਾਂ ਵਾਸਤੇ ਇੰਪੋਰਟੈਂਟ ਹੈ। ਚਾਹੇ ਉਹ ਫਾਇਰਮੈਨ ਹੈ, ਚਾਹੇ ਉਹ ਪੰਜਾਬ ਪੁਲਿਸ ਹੈ, ਚਾਹੇ ਉਹ BDO ਹੈ, ਚਾਹੇ ਪੰਜਾਬ ਦਾ ਕੋਈ ਵੀ ਐਗਜ਼ਾਮ ਹੈ ਰਾਜੇ, ਸਾਰਿਆਂ ਵਾਸਤੇ ਆਪਾਂ ਨੂੰ ਮਾਡਰਨ ਹਿਸਟਰੀ ਆਪਣੇ ਵਾਸਤੇ ਇੰਪੋਰਟੈਂਟ ਹੈ। ਜੇ ਰਾਜੇ ਆਪਾਂ ਮਾਡਰਨ ਹਿਸਟਰੀ ਚੱਕਦੇ ਹਾਂ ਤਾਂ ਇਹਦਾ ਇਤਿਹਾਸ ਬਹੁਤ ਜ਼ਿਆਦਾ ਵੱਡਾ ਮਾਡਰਨ ਹਿਸਟਰੀ ਦਾ। ਠੀਕ ਹੈ ਜੀ। ਪਰ ਦੇਖੋ, ਆਪਾਂ ਕੋਈ ਇਹਦੀ ਕੋਈ PhD ਨਹੀਂ ਕਰਨੀ। ਠੀਕ ਹੈ। ਕੋਈ ਆਪਾਂ ਉੱਥੇ ਕੋਈ ਬਾਹਲਾ ਇਹ ਨਹੀਂ ਦਿਖਾਉਣਾ ਕਿ ਸਾਨੂੰ ਨੌਲੇਜ ਬਹੁਤ ਹੈ। ਆਪਾਂ ਸਿਰਫ ਉਹਨਾਂ ਚੀਜ਼ਾਂ ਦੀ ਫੋਕਸ ਕਰਨਾ ਜਿਹੜੀਆਂ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੀਆਂ ਜਾਣਗੀਆਂ। ਅਤੇ ਇੰਨਾ ਤੁਹਾਡੇ ਨਾਲ ਵਾਅਦਾ ਹੈਗਾ ਕਿ ਮਾਡਰਨ ਹਿਸਟਰੀ ਹੈ, ਜਿਹੜਾ ਵੀ ਕੋਈ MCQ ਪਾਉਣਗੇ ਜਾਂ ਜਿਹੜੀ ਵੀ ਕੋਈ ਚੀਜ਼ ਪਾਉਣਗੇ ਇਦੋਂ ਬਾਹਰ ਨਹੀਂ ਪੈਂਦੀ। ਬਾਕੀ ਹਰੇਕ ਕਨਸੈਪਟ ਕਲੀਅਰ ਕਰਦੇ ਚੱਲਾਂਗੇ, ਹਰੇਕ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝ ਕੇ ਚੱਲਾਂਗੇ ਅਤੇ ਹਰੇਕ ਦੀ ਲੜੀ ਇੱਕ ਦੂਜੇ ਨਾਲ ਜੋੜਦੇ ਚੱਲਾਂਗੇ। ਇਹ ਨਹੀਂ ਹੈਗਾ ਕਿ ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ, ਕਿਸੇ ਦਾ ਕੂਹਣੀ ਫੜ ਲਈ। ਠੀਕ ਹੈ। ਉਹ ਕੰਮ ਨਹੀਂ ਕਰਨਾ। ਜਮਾ ਲੈਣੋਂ ਬਾਹਰ ਚੱਲਾਂਗੇ, ਸਾਰੀਆਂ ਚੀਜ਼ਾਂ ਦੀ ਡਿਸਕਸ਼ਨ ਕਰਦੇ ਚੱਲਾਂਗੇ। ਇੱਕ ਦੀ ਲੜੀ ਦੂਜੇ ਨਾਲ, ਦੂਜੇ ਦੀ ਲੜੀ ਤੀਜੇ ਨਾਲ ਜੋੜ ਕੇ ਐਂ ਆਪਾਂ ਅੱਗੇ ਵੱਧਦੇ ਜਾਵਾਂਗੇ। ਠੀਕ ਹੈ ਜੀ। ਅਤੇ ਤੁਹਾਡਾ ਕੰਮ ਇੱਕ ਹੈਗਾ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ। ਬਾਕੀ ਦਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਬੈਚ ਚੱਲ ਰਿਹਾ। ਆਪਣੀ ਐਪ ਆ ਰਾਜੇ ਦੀਪੂਲਰ ਐਜੂਕੇਸ਼ਨ ਦਾ, ਜਿਹੜੀ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ, ਅਤੇ ਕਲਾਸ ਪਲੱਸ ਵਾਲਿਆਂ ਨੇ ਰਾਜੇ ਇੱਕ ਕੋਡ ਵੀ ਫਿਲ ਕਰਨਾ XX RAM। ਠੀਕ ਹੈ ਜੀ। ਅਤੇ ਆਹ ਆਪਣਾ ਮੋਬਾਈਲ ਨੰਬਰ ਆ ਰਾਜੇ, ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਕਾਲ ਕਰ ਸਕਦਾ। ਬਾਕੀ ਰਾਜੇ ਫਾਇਰਮੈਨ ਦੇ ਬੈਚ 'ਤੇ ਜਿਹੜਾ ਆਫ ਚੱਲ ਰਿਹਾ ਹੈਗਾ, ਜਿਹੜਾ ਪ੍ਰਾਈਜ਼ ਹੁਣ ਹੈਗਾ ਗਾ, ਇਹ ਅੱਜ ਦਾ ਅਤੇ ਕੱਲ੍ਹ ਦਾ ਦਿਨ ਰਹਿਣ ਵਾਲਾ ਰਾਜੇ। ਇਸ ਤੋਂ ਬਾਅਦ ਇਹ ਪ੍ਰਾਈਜ਼ ਅੱਪ ਹੋਣਗੇ। ਤਾਂ ਕਰਕੇ ਰਾਜੇ, ਕਿਉਂਕਿ ਪਿਛਲੀ ਵਾਰ ਵੀ ਤੁਹਾਨੂੰ ਪਤਾ ਕਿ ਡਰਾਈਵਰ ਆਪਰੇਟਰ ਦੇ ਵਿੱਚ ਆਪਣਾ ਬਹੁਤ ਵਧੀਆ ਰਿਜ਼ਲਟ ਰਿਹਾ ਹੈਗਾ। ਤਾਂ ਕਰਕੇ ਤੁਹਾਡੇ ਵਾਸਤੇ ਸਪੈਸ਼ਲ ਫਾਇਰਮੈਨ ਦਾ ਬੈਚ ਲੈ ਕੇ ਆਇਆ ਹੈਗਾ, ਜਿਹਦੇ ਵਿੱਚ ਤੁਹਾਨੂੰ ਕੋਈ ਬਾਹਰੋਂ ਬੁੱਕ ਲੈਣ ਦੀ ਲੋੜ ਨਹੀਂ, ਬਾਹਰੋਂ ਕੋਈ ਮੈਥ ਦੀ, ਰੀਜ਼ਨਿੰਗ ਦੀ, ਪੰਜਾਬ GK, ਪੰਜਾਬੀ ਦੀ ਕੁਛ ਵੀ ਲੈਣ ਦੀ ਲੋੜ ਨਹੀਂ। ਜਿਹੜਾ ਕੁਛ ਮੈਂ ਕਰਵਾ ਰਿਹਾ ਉਹੀ ਚੀਜ਼ਾਂ ਚੰਗੀ ਤਰ੍ਹਾਂ ਕਰੋ, ਤੁਹਾਨੂੰ ਸਿਲੇਬਸ ਦੇ ਵਿੱਚੋਂ ਹੀ ਆਊਗਾ, ਇਹ ਸਾਡੀ ਗਰੰਟੀ ਹੈ। ਠੀਕ ਹੈ ਜੀ। ਬਾਕੀ ਇਹਦੇ 'ਚ ਆਪਣੇ 1 ਸਾਲ ਦੀ ਵੈਲਿਡਿਟੀ ਵਾਲਾ ਆਪਣੇ ਕੋਲ ਵੀਡੀਓ ਦਾ ਬੈਚ ਵੀ ਚੱਲ ਰਿਹਾ ਰਾਜੇ, ਅਤੇ 1 ਸਾਲ ਦੀ ਵੈਲਿਡਿਟੀ ਵਾਲਾ ਆਪਣੇ ਕੋਲ ਰਾਜੇ ਆਲ ਪੰਜਾਬ ਐਗਜ਼ਾਮ ਵੀ ਚੱਲ ਰਿਹਾ ਕਿ ਆਲ ਪੰਜਾਬ ਦੇ ਐਗਜ਼ਾਮ ਦੇ ਸਕਦੇ ਹੋ। ਉਹ 1 ਸਾਲ ਦੀ ਵੈਲਿਡਿਟੀ ਵਾਲੇ ਨਾਲ ਬਿਲਕੁਲ ਨੋਰਮਲ ਪ੍ਰਾਈਜ਼ ਹੈ ਰਾਜੇ ਸਾਰਿਆਂ ਦਾ। ਅਤੇ ਬਾਕੀ PP ਦਾ ਵੀ ਰਾਜੇ ਚੱਲ ਰਿਹਾ ਹੈ। ਜੇ ਕੋਈ 1 ਮੰਥ ਵਾਸਤੇ ਕੈਂਡੀਡੇਟ PP ਦਾ ਬੈਚ ਲੈਣਾ ਚਾਹੁੰਦਾ ਗਾ, ਉਹ ਵੀ ਲੈ ਸਕਦਾ ਗਾ। ਠੀਕ ਹੈ ਰਾਜੇ। ਚਲੋ ਚੱਲਦੇ ਆਪਾਂ ਮਾਡਰਨ ਹਿਸਟਰੀ ਦੇ ਪਹਿਲੇ ਲੈਕਚਰ 'ਤੇ। ਠੀਕ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਐਡਵੈਂਟ ਆਫ ਦਾ ਯੂਰਪੀਅਨ। ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਰਾਜੇ ਦੇਖੋ, ਜਦੋਂ ਆਪਣਾ ਰੌਲਾ ਰੱਪਾ ਪੈ ਗਿਆ ਸਾਰਾ, ਠੀਕ ਹੈ, ਜਦੋਂ ਆਪਣੇ ਰਾਜ ਉਹ ਬਣਦੇ ਹੁੰਦੇ ਸੀ ਦੂਜੇ ਆਪਣੇ ਕੀ ਨਾਲੇ ਹੁੰਦੇ ਆ, ਵਾਧੂ ਕੋਸੀ, ਉਦੋਂ ਮਹਾਰਾਜੇ ਜਹਾਂਗੀਰ ਵਰਗੇ ਸਾਰੇ ਹੁੰਦੇ ਸੀ, ਹੈ ਨਾ। ਉਦੋਂ ਕੀ ਹੋਇਆ ਰਾਜੇ, ਉਦੋਂ ਆਪਣੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਇੰਡੀਆ ਦੇ ਵਿੱਚ ਆਏ ਸੀ ਰਾਜੇ, ਸਭ ਤੋਂ ਪਹਿਲਾਂ ਜਿਹੜੇ ਆਪਣੇ ਇੰਡੀਆ ਦੇ ਵਿੱਚ ਆਏ ਸੀ ਉਹ ਆਏ ਸੀ ਪੁਰਤਗੀਜ਼ ਆਏ ਸੀ ਸਭ ਤੋਂ ਪਹਿਲਾਂ ਆਪਣੇ ਇੰਡੀਆ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਪੁਰਤਗਾਲੀ ਕਹਿ ਦਿੰਦੇ ਹਾਂ। ਤੰਬਾਕੂ ਵੀ ਆਪਣੇ ਹੀ ਲੈ ਕੇ ਆਏ ਸੀ ਰਾਜੇ, ਤੰਬਾਕੂ, ਅਤੇ ਮੈਂਗੋ ਵੀ ਹੀ ਲੈ ਕੇ ਆਏ ਸੀ, ਮੈਂਗੋ ਅੰਬ। ਠੀਕ ਹੈ ਜੀ। ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਇਹ ਲੈ ਕੇ ਆਏ ਸੀ, ਆ ਰਹੇ ਆ ਭਾਈ। ਠੀਕ ਹੈ ਜੀ। ਅਤੇ ਹੁਣ ਗੱਲ ਕਰਦੇ ਹਾਂ ਪੁਰਤਗਾਲੀਆਂ ਬਾਰੇ, ਬਸ ਸਿਰਫ 3-4 ਲੈਣਾ ਹੈਗੀਆਂ, ਉਹੀ ਡਿਸਕਸ਼ਨ ਕਰਾਂਗੇ। ਦੇਖੋ ਰਾਜੇ, ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਰਾਜੇ ਜਿਹੜਾ ਪੁਰਤਗਾਲੀ ਆਇਆ ਸੀ 1498 ਦੇ ਵਿੱਚ ਆਇਆ ਸੀ। ਸਭ ਤੋਂ ਪਹਿਲਾਂ ਜਿਸ ਤੋਂ ਪੁੱਛਿਆ ਕਿ ਸਭ ਤੋਂ ਪਹਿਲਾਂ ਜਿਹੜੇ ਪੁਰਤਗਾਲੀ ਆਇਆ ਸੀ ਭਾਰਤ ਦੇ ਵਿੱਚ, ਉਹ ਕਦੋਂ ਆਇਆ ਸੀ ਰਾਜੇ? ਉਹ ਆਇਆ ਸੀ 1498 ਦੇ ਵਿੱਚ। ਇਹ ਕੌਣ ਸੀ ਰਾਜੇ? ਇਹ ਹੈਗਾ ਸੀ ਵਾਸਕੋ ਡੀ ਗਾਮਾ। ਇਹ ਰਾਜੇ ਪਹਿਲਾ ਪੁਰਤਗਾਲੀ ਹੈ ਜਿਹੜਾ 1498 ਦੇ ਵਿੱਚ ਭਾਰਤ ਦੇ ਵਿੱਚ ਇਹਨੇ ਪੈਰ ਧਰ ਲਿਆ ਸੀ। ਇਹ ਰਾਜੇ ਕਾਲੀਕਟ ਪੋਰਟ ਆ, ਪੋਰਟ ਦਾ ਮਤਲਬ ਤਾਂ ਬੰਦਰਗਾਹ, ਉੱਥੇ ਜਾ ਕੇ ਉਤਰਿਆ ਸੀ ਰਾਜੇ। ਜਦੋਂ ਇਹ ਉੱਥੇ ਉਤਰਿਆ ਸੀ ਰਾਜੇ, ਉੱਥੇ ਇੱਕ ਹਿੰਦੂ ਸ਼ਾਸਕ ਹੁੰਦਾ ਸੀ ਰਾਜੇ, ਜਿਹੜਾ ਉੱਥੇ ਰੂਲ ਕਰਦਾ ਸੀ, ਜੈਮਰੌਨ। ਠੀਕ ਹੈ ਜੀ। ਜੈਮਰੌਨ ਸੀ ਜਿਹੜਾ ਰਾਜੇ, ਉੱਥੋਂ ਦਾ ਇੱਕ ਹਿੰਦੂ ਸ਼ਾਸਕ ਸੀ। ਹੁਣ ਪ੍ਰਸ਼ਨ ਕੀ ਪੁੱਛਿਆ ਜਾਊਗਾ ਕਿ ਜੀ ਸਭ ਤੋਂ ਪਹਿਲਾਂ ਕਿਹੜਾ ਪੁਰਤਗਾਲੀ ਸੀ ਜਿਹੜਾ ਭਾਰਤ ਦੇ ਵਿੱਚ ਆਇਆ ਸੀ? ਤੁਸੀਂ ਕਿਹੜਾ ਵਾਸਕੋ ਡੀ ਗਾਮਾ। ਕਦੋਂ ਆਇਆ ਸੀ? 1498 ਦੇ ਵਿੱਚ ਆਇਆ ਸੀ। ਉਦੋਂ ਜਦੋਂ ਆਇਆ ਸੀ ਕਿੱਥੇ ਉਤਰਿਆ ਸੀ? ਕਾਲੀਕਟ 'ਤੇ ਉਤਰਿਆ ਸੀ। ਅਤੇ ਉਦੋਂ ਰਾਜਾ ਕਿਹੜਾ ਹੁੰਦਾ ਸੀ? ਹਿੰਦੂ ਸ਼ਾਸਕ ਜੈਮਰੌਨ ਹੁੰਦਾ ਸੀ। ਇਹਦੇ MCQ ਵੀ ਕਰਾਂਗੇ, ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਰਾਜੇ। ਜਿਹੜੇ 1498 'ਚ ਆ ਗਿਆ ਸੀ ਨਾ, ਇਹ ਤੋਂ ਬਾਅਦ ਬਿਮਾਰ ਹੋ ਗਿਆ ਸੀ, ਇਹ ਵਾਪਸ ਚਲਾ ਗਿਆ ਸੀ। ਇਹ ਤੋਂ ਬਾਅਦ ਫਿਰ ਇਹ 4 ਸਾਲਾਂ ਬਾਅਦ ਆਇਆ ਸੀ 1502 ਦੇ ਵਿੱਚ। ਇਹ ਚੀਜ਼ ਤੋਂ ਕਦੇ ਨਹੀਂ ਪੁੱਛੀ ਜਾਊਗੀ ਕਿ ਦੁਬਾਰੇ ਕਦੋਂ ਆਇਆ ਸੀ, ਇਹ ਤੁਹਾਨੂੰ ਵੈਸੇ ਦੱਸਤਾ। ਇਸ ਤੋਂ ਬਾਅਦ ਅਜੇ ਕੀ ਹੋਇਆ? ਇਸ ਤੋਂ ਬਾਅਦ ਤੁਸੀਂ ਆਹ ਨਾਮ ਸੁਣਿਆ ਨਾ, ਆਹ ਨਾਮ ਸੁਣਿਆ ਕਦੇ ਮੂਰਲਾ? ਅਲਫਾਂਸੋ। ਇਹ ਅਲਫਾਂਸੋ ਅੰਬ ਦੀ ਜਾਤੀ ਆ। ਅੰਬ ਨਹੀਂ ਜਿਹੜੇ ਆਪਾਂ ਚੂਪਾ ਅੰਬ ਕਹਿ ਦਿੰਦੇ ਆਪਾਂ, ਜਾਂ ਇੱਕ ਦਸ਼ਹਿਰੀ ਅੰਬ ਕਹਿ ਦਿੰਦੇ ਹਾਂ,
ਉਹ ਹੈ ਅਲਫਾਂਸੋ। ਇਹ ਅੰਬ ਦੀ ਜਾਤੀ ਹੈ ਰਾਜੇ। ਅੰਬ ਕੌਣ ਲੈ ਕੇ ਆਏ ਸੀ? ਆਪਣੇ ਪੁਰਤਗਾਲੀ ਲੈ ਕੇ ਆਏ ਸੀ। ਜਿਹੜਾ ਇਹ ਅਲਫਾਂਸੋ ਸੀ ਨਾ ਰਾਜੇ, ਇਹਦਾ ਸਾਰਾ ਨਾਂ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ, ਇਕੱਲਾ ਅਲਫਾਂਸੋ ਯਾਦ ਕਰ ਲਓ। ਇਹ ਸੀ ਜਿਹੜਾ ਇਹ ਆਪਣਾ ਸੈਕੰਡ ਗਵਰਨਰ ਬਣਿਆ ਸੀ ਇੰਡੀਆ ਦਾ। ਇੰਡੀਆ ਦਾ ਕੀ ਬਣਿਆ ਸੀ? ਸੈਕੰਡ ਗਵਰਨਰ ਬਣਿਆ ਸੀ ਪੁਰਤਗਾਲੀਆਂ ਦਾ। ਠੀਕ ਹੈ ਜੀ। ਇਸ ਤੋਂ ਪਹਿਲਾਂ ਕਿਹੜਾ ਬਣਿਆ ਸੀ? ਫਰਾਂਸਿਸਕੋ ਡੀ ਐਲਮੀਡਾ। ਠੀਕ ਹੈ ਜੀ, ਇਹ ਬਣਿਆ ਸੀ। ਠੀਕ ਹੈ ਜੀ। ਇਹ 1509 ਦੇ ਵਿੱਚ ਆਏ ਸੀ, ਕੈਪਚਰ ਕਰ ਲਿਆ ਸੀ ਗੋਆ ਨੂੰ ਇਹਨਾਂ ਨੇ। 1510 ਦੇ ਵਿੱਚ ਗੋਆ 'ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ। ਠੀਕ ਹੈ ਰਾਜੇ। ਹੁਣ ਸਭ ਤੋਂ ਪਹਿਲਾਂ ਉੱਥੇ ਇਹ ਪੁੱਛਿਆ ਜਾਊਗਾ ਕਿ ਜਿਹੜੇ ਪੁਰਤਗਾਲੀ ਸੀ ਉਹਨਾਂ ਦਾ ਪਹਿਲਾ ਗਵਰਨਰ ਕੌਣ ਸੀ? ਉਹਨਾਂ ਦਾ ਪਹਿਲਾ ਗਵਰਨਰ ਹੈਗਾ ਸੀ ਫਰਾਂਸਿਸਕੋ ਡੀ ਅਲਮੀਡਾ, ਅਤੇ ਦੂਜਾ ਕਿਹੜਾ ਸੀ? ਅਲਫਾਂਸੋ ਡੀ ਐਲਪੋ। ਠੀਕ ਹੈ ਜੀ। ਆਹ ਫਰਾਂਸਿਸਕੋ ਸੀ, ਇਹ ਅਲਫਾਂਸੋ ਸੀ। ਇਹ ਦੋ ਗਵਰਨਰ ਰਹੇ ਆ। ਉੱਪਰਲਾ 2 ਨੰਬਰ ਵਾਲਾ ਪਹਿਲੇ ਦਾ ਆਪਾਂ ਨਾਂ ਤਾਂ ਮੈਂਸ਼ਨ ਨਹੀਂ ਕੀਤਾ ਵਾਲਾ ਕਿਉਂਕਿ ਉਹਨੂੰ ਕਿੰਨੇ ਕੰਮ ਨਹੀਂ ਕੀਤੇ ਸੀ, ਨਹੀਂ ਇੰਨਾ ਮਸ਼ਹੂਰ ਸੀ। ਜਿਹੜਾ ਅਲਫਾਂਸੋ ਸੀ ਇਹ ਕਾਫੀ ਮਸ਼ਹੂਰ ਹੋ ਗਿਆ ਸੀ। ਠੀਕ ਹੈ ਜੀ। ਇਹਨੇ ਆ ਕੇ ਗੋਆ ਨੂੰ ਕਬਜ਼ਾ ਕਰ ਲਿਆ ਸੀ 1510 ਦੇ ਵਿੱਚ। ਠੀਕ ਹੈ ਜੀ। ਇੱਥੋਂ ਤੱਕ ਆਪਾਂ ਪੁਰਤਗਾਲੀਆਂ ਬਾਰੇ ਸਾਰਾ ਕੁਝ ਪੜ੍ਹ ਲਿਆ। ਇਸ ਤੋਂ ਬਾਅਦ ਤੁਹਾਨੂੰ ਪੁਰਤਗੀਜ਼ ਤੋਂ ਕੋਈ ਪ੍ਰਸ਼ਨ ਨਹੀਂ ਬਣੂਗਾ। ਪੁਰਤਗੀਜ਼ ਤੋਂ ਬਾਅਦ ਰਾਜੇ ਆਪਣੇ ਆਏ ਡੱਚ। ਕੌਣ ਆਏ? ਆਪਣੇ ਡੱਚ ਕਰਦੇ ਆਏ। ਇਹ ਤੋਂ ਬਾਅਦ ਡੱਚ ਆ ਗਏ। ਠੀਕ ਹੈ ਜੀ। ਇਹਨਾਂ ਨੇ ਕੀ ਕਰਿਆ ਰਾਜੇ? ਇਹਨਾਂ ਨੇ ਆਪਣੇ ਆ ਕੇ ਡੱਚ ਈਸਟ ਇੰਡੀਆ ਕੰਪਨੀ ਲਾ ਲਈ। ਕਿਹੜੀ ਈਸਟ ਇੰਡੀਆ ਕੰਪਨੀ ਲਾ ਲਈ? ਡੱਚ ਈਸਟ ਇੰਡੀਆ ਕੰਪਨੀ ਲਾ ਲਈ। ਤਾਂ ਜਦੋਂ ਲਾ ਲਈ ਭਾਈ, ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹੀ ਬਣੂਗਾ ਕਿ ਜਿਹੜੇ ਰਾਜੇ ਡੱਚ ਸੀ, ਠੀਕ ਹੈ ਜੀ, ਜਿਹੜੇ ਇਹ ਡੱਚ ਸੀ ਇਹਨਾਂ ਨੇ ਪਹਿਲੀ ਜਿਹੜੀ ਆਪਣੀ ਉਹ ਲਾਈ ਸੀ ਡੱਚ ਈਸਟ ਇੰਡੀਆ ਕੰਪਨੀ, ਕਦੋਂ ਲਾਈ ਸੀ? 1602 ਦੇ ਵਿੱਚ ਲਾਈ ਸੀ। ਜਦੋਂ ਕੀ ਹੋਇਆ ਰਾਜੇ, ਉੱਧਰ ਡੱਚ ਫਿਰਦੇ ਸੀ ਆਪਣੇ ਇੰਡੀਆ ਦੇ ਵਿੱਚ, ਉਧਰ ਇੰਡੀਆ ਦੇ ਵਿੱਚ ਇੰਗਲਿਸ਼ ਫਿਰਦੇ ਸੀ। ਅੰਗਰੇਜ਼ਾਂ ਨੂੰ ਆਏ ਸੀ ਕਿ ਸਾਡੀ ਚੱਲੇ ਇੱਥੇ, ਡੱਚ ਭੱਜ ਜਾਣ ਇੱਥੋਂ। ਡੱਚਾਂ ਨੂੰ ਆਏ ਸੀ ਕਿ ਅੰਗਰੇਜ਼ ਭੱਜ ਜਾਣ। ਫਿਰ ਇਹਨਾਂ ਦੇ ਵਿਚਕਾਰ ਇੱਕ ਜੰਗ ਹੋਈ ਸੀ ਜਿਹਨੂੰ ਕਿਹਾ ਜਾਂਦਾ ਗਾ ਬੈਟਲ ਆਫ ਬਿਡਾਰਾ। ਇਹ ਪ੍ਰਸ਼ਨ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਵਾਰੀ ਆਇਆ ਹੋਵੇਗਾ ਕਿ ਬੈਟਲ ਆਫ ਬਿਡਾਰਾ ਕਿਹਦੇ ਵਿਚਕਾਰ ਹੋਈ ਸੀ ਅਤੇ ਬੈਟਲ ਆਫ ਬਿਡਾਰਾ ਹੋਈ ਕਦੋਂ ਸੀ। ਇਹ ਪ੍ਰਸ਼ਨ ਇੰਨੇ ਵਾਰੀ ਪੇਪਰ ਵਿੱਚ ਰਿਪੀਟ ਹੋਇਆ ਹੋਇਆਗਾ। ਠੀਕ ਹੈ ਜੀ। ਓਕੇ। ਇਸ ਤੋਂ ਬਾਅਦ ਰਾਜੇ ਡੱਚ ਈਸਟ ਇੰਡੀਆ ਕੰਪਨੀ ਦਾ ਲੱਗੀ ਸੀ 1602 ਦੇ ਵਿੱਚ। ਇੱਕ ਇਹਨਾਂ ਨੇ ਜਿਹੜੀ ਪਹਿਲੀ ਫੈਕਟਰੀ ਲਾਈ ਸੀ ਰਾਜੇ, ਇਹ ਪਹਿਲੀ ਫੈਕਟਰੀ ਲਾਈ ਸੀ ਇਹਨਾਂ ਨੇ ਮੁਸਲੀਪਟਨਮ 1605 ਦੇ ਵਿੱਚ। ਸਾਰੇ ਅੰਕੜੇ ਯਾਦ ਕਰਨੇ, ਸਿਰਫ ਮੇਨ ਚੀਜ਼ਾਂ ਕੱਢ ਕੇ ਲੈ ਕੇ ਆਇਆ ਮੈਂ। ਠੀਕ ਹੈ ਜੀ। ਮੇਨ ਚੀਜ਼ਾਂ ਕਲੀਅਰ ਹੈ। ਇਹ 'ਚ ਕੀ ਪੁੱਛਿਆ ਜਾਊਗਾ? ਡੱਚ ਈਸਟ ਇੰਡੀਆ ਕੰਪਨੀ ਕਦੋਂ ਲਾਈ ਸੀ? 1602 ਦੇ ਵਿੱਚ। ਡੱਚਾਂ ਨੇ ਆਪਦੀ ਪਹਿਲੀ ਫੈਕਟਰੀ ਕਿੱਥੇ ਲਾਈ ਸੀ? ਮੁਸਲੀਪਟਨਮ। ਕਦੋਂ ਲਾਈ ਸੀ? 1605 ਦੇ ਵਿੱਚ। ਅੰਗਰੇਜ਼ਾਂ ਦੇ ਇਹਨਾਂ ਵਿਚਕਾਰ ਕਿਹੜੀ ਲੜਾਈ ਹੋਈ ਸੀ? ਬੈਟਲ ਆਫ ਬਿਡਾਰਾ। ਬੈਟਲ ਆਫ ਬਿਡਾਰਾ ਦੇ ਵਿੱਚ ਜਿੱਤੇ ਕੌਣ ਸੀ? ਅੰਗਰੇਜ਼ ਜਿੱਤੇ ਸੀ। ਇਹ ਹੋਈ ਕਦੋਂ ਸੀ? 1759 ਦੇ ਵਿੱਚ ਹੋਈ ਸੀ। ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਅੰਗਰੇਜ਼ਾਂ ਦੀ। ਠੀਕ ਹੈ ਜੀ। ਇੰਗਲਿਸ਼ ਬ੍ਰਿਟਿਸ਼ ਰੂਲ ਇਨ ਇੰਡੀਆ। ਇਹਨਾਂ ਨੇ ਕੀ ਕੀਤਾ ਰਾਜੇ? ਇਹ ਬਹੁਤ ਤੇਜ਼ ਬੰਦੇ ਸੀ, ਬਹੁਤ ਜ਼ਿਆਦਾ ਤੇਜ਼ ਬੰਦੇ ਸੀ। ਇਹਨਾਂ ਨੇ ਕੀ ਕੀਤਾ ਰਾਜੇ? ਇਹਨੂੰ ਪਤਾ ਲੱਗ ਗਿਆ ਕਿ ਜਿਹੜੇ ਆਪਣੇ ਸ਼ਾਸਕ ਹੈ ਮੁਗਲ, ਜਿਹੜੇ ਖਾਣ ਪੀਣ ਵਾਲੇ, ਇਹਨਾਂ ਦਾ ਕੋਈ ਪਤਾ ਹੀ ਨਹੀਂ ਹੈਗਾ। ਜਿਹੜੇ ਰਾਜੇ ਈਸਟ ਇੰਡੀਆ ਕੰਪਨੀ, ਇੰਗਲਿਸ਼ ਈਸਟ ਇੰਡੀਆ ਕੰਪਨੀ 1599 ਵਿੱਚ ਮਹਾਰਾਣੀ ਐਲਿਜ਼ਾਬੈਥ ਦੁਆਰਾ 1600 ਵਿੱਚ ਦਿੱਤੇ ਗਏ ਚਾਰਟ ਦੇ ਤਹਿਤ ਬਣਾਈ ਗਈ ਸੀ। ਇਹ ਕੁਛ ਨਹੀਂ ਯਾਦ ਕਰਨਾ ਤੁਸੀਂ ਇਹਦੇ ਵਿੱਚ। ਇਹ 'ਚ ਆਪਾਂ ਯਾਦ ਕਰਨਾ ਇਹ ਵਾਲਾ ਕਿ ਜਹਾਂਗੀਰ ਨੇ ਕੈਪਟਨ ਵਿਲੀਅਮ ਹੌਂਕਸ ਨੂੰ ਸੂਰਤ ਦੇ ਵਿਖੇ ਇੱਕ ਕਾਰਖਾਨਾ ਲਗਾਉਣ ਲਈ ਅੰਗਰੇਜ਼ਾਂ ਨੂੰ ਆਗਿਆ ਦੇਣ ਦਾ ਇੱਕ ਫਰਮਾਨ ਜਾਰੀ ਕੀਤਾ ਸੀ। ਸੋ ਇਹ ਪੁੱਛਣਗੇ ਕਿ ਜਹਾਂਗੀਰ ਨੇ ਫੈਕਟਰੀ ਲਾਉਣ ਵਾਸਤੇ ਕਹਿਤਾ ਸੀ ਅੰਗਰੇਜ਼ਾਂ ਨੂੰ, ਤਾਂ ਉਹ ਕਿਹੜਾ ਬੰਦਾ ਸੀ ਜਿਹਨੇ ਰਾਜੇ ਪਰਮਿਸ਼ਨ ਲੈ ਲਈ ਸੀ? ਜਾ ਕੇ ਇਹਦੇ ਕੋਲ ਮਿੱਠੀਆਂ ਸਿੱਠੀਆਂ ਮਾਰ ਕੇ ਜਹਾਂਗੀਰ ਨੂੰ ਪੰਪ ਦੇ ਕੇ ਸਟੀਲ ਦੀ ਬੋਕੀ ਵਾਲੇ, ਉਹਦੇ ਤੋਂ ਕੀ ਕਰਵਾ ਲਿਆ? ਕਹਿੰਦਾ ਜੀ ਤੁਸੀਂ ਫੈਕਟਰੀ ਲਾ ਲਈਏ। ਉਹ ਕਹਿੰਦਾ ਲਾ ਲਓ। ਖਾਣ ਪੀਣ ਵਾਲਾ ਬੰਦਾ, ਸ਼ਰਾਬ ਸ਼ਰੂਬ ਪਿਆ ਦੇ, ਤੰਬਾਕੂ ਖਵਾਤਾ। ਠੀਕ ਹੈ ਜੀ। ਕਹਿੰਦਾ ਖਵਾ ਦਿਓ, ਲਾ ਲਓ। ਕਹਿੰਦਾ ਕੋਈ ਚੱਕਰ ਨਹੀਂ। ਤਾਂ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਜਹਾਂਗੀਰ ਤੋਂ ਪਰਮਿਸ਼ਨ ਕਿਹਨੇ ਲੈਤੀ ਸੀ ਫੈਕਟਰੀ ਲਾਉਣ ਵਾਸਤੇ? ਇਹ ਲੈਤੀ ਸੀ ਰਾਜੇ ਕੈਪਟਨ ਵਿਲੀਅਮ ਹੌਕਿੰਸ ਨੇ। ਇਹ ਪ੍ਰਸ਼ਨ ਪੁੱਛਿਆ ਜਾਊਗਾ। ਦੂਜਾ ਪ੍ਰਸ਼ਨ ਇਹਦੇ 'ਚੋਂ ਬਣਦਾ ਕਿ ਜਿਹੜੀ ਅੰਗਰੇਜ਼ਾਂ ਨੇ ਇਹਦੀ ਪਹਿਲੀ ਫੈਕਟਰੀ ਲਾਈ ਸੀ, ਇਹ ਕਿੱਥੇ ਲਾਈ ਸੀ? ਪਹਿਲੀ ਫੈਕਟਰੀ ਨੇ ਸੂਰਤ ਦੇ ਵਿੱਚ ਲਾਈ ਸੀ 1613 ਦੇ ਵਿੱਚ। ਠੀਕ ਹੈ ਰਾਜੇ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਇਦੋਂ ਬਾਅਦ ਕੰਮ ਚੱਲਦਾ ਗਿਆ। ਇਦੋਂ ਬਾਅਦ ਅੰਗਰੇਜ਼ ਪੈਣ ਲੱਗ ਗਏ ਹਾਵੀ, ਮੁਗਲਾਂ ਦੇ ਉੱਪਰ ਹੀ ਹਾਵੀ ਪੈਣ ਲੱਗ ਗਏ। ਪਹਿਲਾਂ ਤਾਂ ਮੁਗਲਾਂ ਦੀਆਂ ਮਿੰਨਤਾਂ ਕਰਦੇ ਸੀ, ਬਾਅਦ ਵਿੱਚ ਜਦੋਂ ਆਪਦੇ ਨੇ ਜੜ੍ਹਾਂ ਫੈਲਾ ਲਈਆਂ, ਮੁੜ ਕੇ ਮੁਗਲਾਂ ਦੇ ਵਿਰੁੱਧ ਹੋ ਗਏ, ਮੁਗਲਾਂ ਨੂੰ ਤੰਗ ਕਰਨ ਲੱਗ ਗਏ। ਫਿਰ 1717 ਵਿੱਚ ਜੌਨ ਸੁਰਮਨ ਨੇ ਫਰੁਕਸ਼ੀਅਰ ਤੋਂ ਇੱਕ ਫਾਰਮ ਪ੍ਰਾਪਤ ਕੀਤਾ ਜਿਸ ਨੇ ਉਸ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ। ਇਸ ਕੰਪਨੀ ਦਾ ਮੈਗਨਾ ਕਾਰਟਾ ਕਿਹਾ ਜਾਂਦਾ। ਠੀਕ ਹੈ ਜੀ। ਇਦੋਂ ਬਾਅਦ ਕੀ ਕੀਤਾ ਰਾਜੇ? ਫਰੁਕਸ਼ੀਅਰ ਨੇ, ਠੀਕ ਹੈ ਜੀ, ਜੌਨ ਸਰਮਨ ਨੂੰ ਕੀ ਦੇਤਾ? ਕੰਪਨੀ ਵਿੱਚ ਕਾਫੀ ਵੱਡੀਆਂ ਛੋਟਾਂ ਦੇ ਦਿੱਤੀਆਂ। ਇਹਨੂੰ ਕਿਹਾ ਜਾਂਦਾ ਮੈਗਨਾ ਕਾਰਟਾ ਆਫ ਕੰਪਨੀ। ਹੁਣ ਸਭ ਤੋਂ ਪ੍ਰਸ਼ਨ ਇਹ ਬਣੂਗਾ ਕਿ ਮੈਗਨਾ ਕਾਰਟਾ ਆਫ ਦਾ ਕੰਪਨੀ ਹੈ ਜਿਹੜੀ, ਇਹ ਕਿਹਦੇ ਫਰਮਾਨ ਨੂੰ ਕਿਹਾ ਜਾਂਦਾ? ਇਹ ਫਰੁਕਸ਼ੀਅਰ ਦੇ ਫਰਮਾਨ ਨੂੰ ਕਿਹਾ ਜਾਂਦਾ ਗਾ। ਫਰੁਕਸ਼ੀਅਰ ਨੇ ਜਿਹੜਾ ਫਰਮਾਨ ਦਿੱਤਾ ਸੀ, ਉਹਨਾਂ ਨੂੰ ਛੂਟਾਂ ਦੇ ਦਿੱਤੀਆਂ ਸੀ ਕਾਫੀ, ਉਹਨੂੰ ਕਿਹਾ ਜਾਂਦਾ ਮੈਗਨਾ ਕਾਰਟਾ ਆਫ ਦਾ ਕੰਪਨੀ। ਠੀਕ ਹੈ ਜੀ। ਇਸ ਤੋਂ ਬਾਅਦ ਕੀ ਹੋਇਆ ਰਾਜੇ? ਇਸ ਤੋਂ ਬਾਅਦ ਅੰਗਰੇਜ਼ਾਂ ਦੀਆਂ ਦੋ ਲੜਾਈਆਂ ਹੋਈਆਂ।
ਇੱਕ ਤਾਂ ਹੋਈ ਬੈਟਲ ਆਫ ਪਲਾਸੀ। ਇਹ ਕਿਹਦੇ ਵਿਚਕਾਰ ਹੋਈ ਸੀ ਰਾਜੇ? ਇਹ ਹੋਈ ਸੀ ਅੰਗਰੇਜ਼ਾਂ ਅਤੇ ਸਰਾਜੂਦੋਲਾ ਜਿਹੜਾ ਕਿ ਨਵਾਬ ਸੀ ਬੰਗਾਲ ਦਾ। ਧਿਆਨ ਨਾਲ ਦੇਖਿਓ ਰਾਜੇ, ਸਰਾਜੂਦੋਲਾ, ਇਹ ਸਾਜੂਦੋਲਾ ਨਹੀਂ ਹੈਗਾ, ਆਹ ਸਾਜੂਦੋਲਾ ਹੈ, ਇਹ ਸਰਾਜੂਦੋਲਾ ਹੈ। ਇਹ ਦੋਨੇ ਬੰਦੇ ਅਲੱਗ ਅਲੱਗ ਆ, ਬੱਚੇ ਤਾਂ ਦੋਨਾਂ ਨੂੰ ਮਿਕਸ ਕਰ ਦਿੰਦੇ ਆ। ਸੋ ਤੋਂ ਪਹਿਲਾ ਪ੍ਰਸ਼ਨ ਇਹ ਬਣੂਗਾ ਕਿ ਪਲਾਸੀ ਦੀ ਲੜਾਈ ਕਦੋਂ ਹੋਈ ਸੀ? ਤੁਸੀਂ ਕਹਿੰਦੇ 1757 ਦੇ ਵਿੱਚ ਪਲਾਸੀ ਲੜਾਈ ਹੋਈ ਸੀ। ਇਹ ਲੜਾਈ ਕਿਹਦੇ ਵਿਚਕਾਰ ਹੋਈ ਸੀ? ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ ਤੇ ਸਰਾਜੂਦੋਲਾ ਦੇ ਵਿਚਕਾਰ ਹੋਈ ਸੀ। ਤੇ ਜਿੱਤੇ ਕੌਣ ਸੀ? ਜੇ ਅੰਗਰੇਜ਼ ਜਿੱਤੇ ਸੀ। ਇਹ ਤੋਂ ਬਾਅਦ ਦੂਜੀ ਲੜਾਈ ਹੋਈ ਸੀ ਬਕਸਰ ਦੀ ਲੜਾਈ। ਬਕਸਰ ਦੀ ਲੜਾਈ ਹੋਈ ਸੀ ਰਾਜੇ 1764 ਦੇ ਵਿੱਚ। ਇੱਕ ਪਾਸੇ ਦਾ ਕੈਪਟਨ ਮੁਨਰੋ ਸੀ, ਇੱਕ ਪਾਸੇ ਦਾ ਕੌਣ ਸੀ? ਕੈਪਟਨ ਮੁਨਰੋ ਸੀ। ਦੂਜੇ ਪਾਸੇ ਰਾਜੇ ਤਿੰਨ ਬੰਦੇ ਸੀ। ਕਿਹੜਾ? ਇੱਕ ਮੀਰ ਕਸਮ। ਮੀਰ ਕਸਮ ਕਿੱਥੋਂ ਦਾ ਸੀ? ਬੰਗਾਲ ਦਾ ਸੀ। ਇੱਕ ਸਾਜੂਦੋਲਾ ਰਾਜੇ, ਨੋਟ ਇਹ ਸਰਾਜੂਦੋਲਾ, ਸਾਜੂਦੋਲਾ ਇਹ ਅਵਧ ਦਾ ਸੀ। ਇਸ ਤੋਂ ਬਾਅਦ ਸ਼ਾਹ ਆਲਮ ਦੂਜਾ, ਇਹ ਮੁਗਲ ਸੀ। ਇਹਨਾਂ ਤਿੰਨਾਂ ਨੇ ਰਲ ਕੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜੀ ਸੀ, ਪਰ ਇਹਦੇ ਵਿੱਚ ਵੀ ਫਿਰ ਵੀ ਅੰਗਰੇਜ਼ ਜਿੱਤ ਗਏ ਸੀ। ਠੀਕ ਹੈ ਰਾਜੇ, ਇਹ ਗੱਲ ਯਾਦ ਰੱਖਣੀ ਹੈ। ਇਹ ਸਾਰੀਆਂ ਚੀਜ਼ਾਂ ਪੜ੍ਹ ਕੇ ਚੱਲਣੀਆਂ ਰਾਜੇ ਆਪਾਂ। ਇਸ ਤੋਂ ਬਾਅਦ ਰਾਜੇ ਆ ਗਿਆ ਆਪਣੇ ਡੈਂਸ। ਡੈਂਸ ਦੇ ਬਾਰੇ ਕੋਈ ਏਡਾ ਕੋਈ ਹੈ ਨਹੀਂ, ਡੈਂਸ ਬਾਰੇ। ਡੈਨ ਆ ਗਏ ਸੀ। ਇਹਨਾਂ ਨੇ ਕੀ ਕੀਤਾ ਸੀ ਰਾਜੇ? ਇਹਨਾਂ ਨੇ ਆਪਣੀ ਡੈਂਸ ਈਸਟ ਇੰਡੀਆ ਕੰਪਨੀ ਲਾਈ ਸੀ 1616 ਦੇ ਵਿੱਚ। ਬਸ ਇਹਨਾਂ ਬਾਰੇ ਇੰਨਾ ਯਾਦ ਕਰ ਲਿਓ। ਇਹ ਦੁਬਾਰਾ ਫਰੈਂਚ, ਜਿਹੜੇ ਫਰੈਂਚ ਸੀ ਨਾ ਰਾਜੇ, ਇਹ ਵੀ ਜਿਹੜਾ ਰਾਜ ਆ ਫੈਲਾਉਣ ਲੱਗ ਗਏ। ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਕੰਮ ਖਰਾਬ ਕਰਨਗੇ ਇਹ ਵੀ। ਤਾਂ ਅੰਗਰੇਜ਼ਾਂ ਅਤੇ ਫਰੈਂਚਾਂ ਦੇ ਵਿਚਕਾਰ ਵੀ ਇੱਕ, ਫਰਾਂਸ ਤੋਂ ਆਏ ਸੀ ਇਹ, ਉਹਨਾਂ ਵਿਚਕਾਰ ਵੀ ਇੱਕ ਲੜਾਈ ਹੋਈ ਸੀ। ਕਿਹੜੀ? ਬੈਟਲ ਆਫ ਬੰਡੀਵਾਸ਼ 1760 ਦੇ ਵਿੱਚ। ਆ ਡੇਟ ਵੀ ਨਾਲ ਯਾਦ ਕਰਨੀ ਹੈ। ਬੈਟਲ ਆਫ ਬੰਡੀਵਾਸ਼ 1760 ਦੇ ਵਿੱਚ ਹੋਈ ਸੀ। ਇਹ 'ਚ ਰਾਜੇ ਅੰਗਰੇਜ਼ਾਂ ਨੇ ਫਰੈਂਚ ਨੂੰ ਹਰਾ ਕੇ ਆਪਦਾ ਪੂਰਾ ਰੁਤਬਾ ਕਾਇਮ ਕਰ ਲਿਆ ਸੀ। ਠੀਕ ਹੈ ਜੀ। ਇਸ ਤੋਂ ਬਾਅਦ ਰਾਜੇ ਜਿਹੜੇ ਵੀ ਜਿੰਨੇ ਹੁਣ ਆਏ ਸੀ ਉਹਨਾਂ ਬਾਰੇ ਸਾਰਿਆਂ ਬਾਰੇ ਆਪਾਂ ਡਿਸਕਸ਼ਨ ਕਰ ਲਏ। ਸਭ ਤੋਂ ਪਹਿਲਾਂ ਆਏ ਸੀ ਪੁਰਤਗਾਲੀ। ਹੁਣ ਮੈਂ ਇੱਕ ਵਾਰੀ ਤੁਹਾਨੂੰ ਇੱਥੇ ਮੋਟੀ ਰਿਵੀਜ਼ਨ ਕਰਕੇ ਦੱਸ ਦਾਂਗਾ। ਹੁਣ ਵੀ ਧਿਆਨ ਨਾਲ ਗੱਲ ਸੁਣੋ। ਸਭ ਤੋਂ ਪਹਿਲਾਂ ਕੌਣ ਆਏ ਸੀ? ਪੁਰਤਗਾਲੀ ਆਏ ਸੀ। ਕੌਣ ਆਇਆ ਸੀ? ਵਾਸਕੋ ਡੀ ਗਾਮਾ। ਕਦੋਂ ਆਇਆ ਸੀ? 1498 ਦੇ ਵਿੱਚ। ਠੀਕ ਹੈ ਜੀ। ਜਦੋਂ 1498 ਵਿੱਚ ਉਤਰਿਆ ਕਿੱਥੇ ਸੀ? ਕਾਲੀਕਟ। ਉਸ ਸਮੇਂ ਹਿੰਦੂ ਸ਼ਾਸਕ ਕਿਹੜਾ ਹੁੰਦਾ ਸੀ? ਜੈਮਰੌਨ। ਇਸ ਤੋਂ ਬਾਅਦ ਆਇਆ ਸੀ ਰਾਜੇ ਅਲਫਾਂਸੋ। ਅਲਫਾਂਸੋ ਆਪਾਂ ਦੂਜਾ ਗਵਰਨਰ ਸੀ ਇੰਡੀਆ ਦਾ। ਕਿਹਦੇ ਚੋਂ? ਪੁਰਤਗਾਲੀਆਂ ਦੇ ਵਿੱਚੋਂ, ਜਿਹੜਾ ਅੰਬ ਲੈ ਕੇ ਆਇਆ ਸੀ, ਅੰਬਾਂ ਦੀ ਪ੍ਰਜਾਤੀ ਲੈ ਕੇ ਆਇਆ ਸੀ। ਉਸ ਤੋਂ ਪਹਿਲਾਂ ਫਰਾਂਸਿਸਕੋ ਅਲਮੀਡੀਆ ਹੁੰਦਾ ਸੀ ਰਾਜੇ। ਠੀਕ ਹੈ ਜੀ। 1509 ਦੇ ਵਿੱਚ ਆਏ ਸੀ। 1510 ਦੇ ਵਿੱਚ ਇਹਨੇ ਗੋਆ ਨੂੰ ਕੈਪਚਰ ਕਰ ਲਿਆ ਸੀ। ਇਹ ਤੋਂ ਬਾਅਦ ਕਿਹੜੇ ਆਏ ਸੀ ਰਾਜੇ? ਇਹ ਤੋਂ ਬਾਅਦ ਡੱਚ ਆਏ ਸੀ। ਡੱਚ ਨੇ ਈਸਟ ਇੰਡੀਆ ਕੰਪਨੀ ਲਾਈ ਸੀ। ਉਹ ਵੀ ਤੁਹਾਨੂੰ ਪਤਾ, ਉਹਨਾਂ ਨੇ ਪਹਿਲੀ ਕੰਪਨੀ ਲਾਈ ਸੀ ਮੁਸਲੀਪਟਮ। ਅਤੇ ਬੈਟਲ ਆਫ ਬਿਦਾਰਾ 1759 ਦੇ ਵਿੱਚ ਅੰਗਰੇਜ਼ਾਂ ਨੇ ਹਰਾਤਾ ਸੀ ਉਹਨਾਂ ਨੂੰ। ਇਹ ਤੋਂ ਬਾਅਦ ਇੰਗਲਿਸ਼ ਆਈ ਸੀ। ਇੰਗਲਿਸ਼ ਦੇ ਵਿੱਚ ਜਿਹੜਾ ਹੌਕਨ ਸੀ ਰਾਜੇ, ਜੌਨ ਹੌਕਿਨ ਸੀ, ਉਹਨੇ ਜਹਾਂਗੀਰ ਤੋਂ ਪਰਮਿਸ਼ਨ ਲੈ ਲਈ ਸੀ। ਕਹਿੰਦਾ ਜੀ ਪਹਿਲੀ ਫੈਕਟਰੀ ਲਾਉਣੀ ਹੈ, ਲਾ ਸਕਦੇ ਹੋ, ਉਹਦਾ ਲਾ ਲਓ। ਤਾਂ ਪਹਿਲੀ ਫੈਕਟਰੀ ਉਹਨੇ ਸੂਰਤ ਦੇ ਵਿੱਚ ਲਾਈ ਸੀ 1613 ਦੇ ਵਿੱਚ। ਇਸ ਤੋਂ ਬਾਅਦ ਰਾਜੇ ਕੰਪਨੀ ਦਾ ਮੈਗਨਾ ਕਾਰਟ ਆਫ ਕੰਪਨੀ ਦਾ ਜਿਹੜਾ ਫਰਮਾਨ ਸੀ ਕਿਹਨੇ ਜਾਰੀ ਕੀਤਾ ਸੀ? ਫਰਕਸ਼ੀਅਰ ਨੇ ਜਾਰੀ ਕੀਤਾ ਸੀ 1717 ਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਾਅਦ ਕੀ ਹੋਇਆ? ਇਸ ਤੋਂ ਬਾਅਦ ਦੋ ਜੰਗਾਂ ਹੋਈਆਂ। ਬੈਟਲ ਆਫ ਪਲਾਸੀ ਜਿਹੜੀ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ, ਪਲੱਸ ਸਰਾਜੂਦੋਲਾ, ਨੋਟ ਸਾਜੂਦੋਲਾ, ਸਰਾਜੂਦੋਲਾ। ਠੀਕ ਹੈ ਜੀ। ਇਸ ਤੋਂ ਬਾਅਦ ਉਹ ਜੰਗ ਅੰਗਰੇਜ਼ਾਂ ਨੇ ਜਿੱਤ ਲਈ। ਇਸ ਤੋਂ ਬਾਅਦ ਅਜੇ ਇੱਕ ਜੰਗ ਹੋਰ ਹੋਈ, ਬੈਟਲ ਆਫ ਬਕਸਰ 1764 ਦੇ ਵਿੱਚ, ਜਿਹਦੇ ਵਿੱਚ ਇੱਕ ਪਾਸੇ ਹੈਗਾ ਸੀ ਮੀਰ ਕਸਮ ਬੰਗਾਲ ਦਾ ਸੀ। ਠੀਕ ਹੈ ਜੀ। ਦੂਜੇ ਪਾਸੇ ਹੈਗਾ ਸੀ ਸਾਜੂਦੋਲਾ ਅਵਧ ਦਾ। ਅਤੇ ਇਸ ਤੋਂ ਬਾਅਦ ਸ਼ਾਹ ਆਲਮ ਦੂਜਾ ਮੁਗਲਾਂ ਦਾ। ਉਹਨਾਂ ਨੇ ਜੰਗਾਂ ਲੜੀਆਂ ਸੀ। ਇਸ ਤੋਂ ਬਾਅਦ ਆਪਣੇ ਰਾਜੇ ਆ ਗਏ ਸੀ ਆਪਣੇ ਡੈਂਸ ਬਾਰੇ ਕੋਈ ਇੰਪੋਰਟੈਂਟ ਗੱਲ ਹੈ ਨਹੀਂ, ਯਾਦ ਕਰਨਾ ਨੇ। ਈਸਟ ਇੰਡੀਆ ਕੰਪਨੀ ਲਾਈ ਸੀ, ਆਪਦੀ ਕੰਪਨੀ ਲਾਈ ਸੀ ਡੈਨਿਸ਼ ਈਸਟ ਇੰਡੀਆ ਕੰਪਨੀ। ਅਤੇ ਇਸ ਤੋਂ ਬਾਅਦ ਜਮਾਂ ਲਾਸਟ 'ਤੇ ਗੱਲ ਕਰਦੇ ਆਪਾਂ ਫਰੈਂਚ ਦੀ। ਫਰੈਂਚ ਬਾਰੇ ਹੀ ਪੁੱਛਿਆ ਜਾਊਗਾ। ਬੈਟਲ ਆਫ ਬੰਡੀਵਾਸ਼ ਨਾਲ ਫਰੈਂਚ ਸੀ ਰਹੀ ਜੀ। ਫਰੈਂਚਾਂ ਨੂੰ ਜਮਾਂ ਖਤਮ ਕਰਤਾ ਸੀ ਅੰਗਰੇਜ਼ਾਂ ਨੇ 1760 ਦੇ ਵਿੱਚ। ਬੈਟਲ ਆਫ ਬੰਡੀਵਾਸ਼ ਫਰੈਂਚ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ। ਇੱਥੋਂ ਤੱਕ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ? ਬਸ ਆਹੀ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਯਾਦ ਕਰ ਲਓ। ਜਿਹੜੇ ਇਹ ਚਾਰੇ ਪੰਜੇ ਆਏ ਸੀ, ਇਹਨਾਂ ਤੋਂ ਬਾਅਦ ਆਪਾਂ ਹੁਣ ਅੰਗਰੇਜ਼ਾਂ ਬਾਰੇ ਚੰਗੀ ਤਰ੍ਹਾਂ ਪੜ੍ਹਾਂਗੇ। ਕੀ ਉਹਨਾਂ ਨੇ ਕਾਰਸਤਾਨੀਆਂ ਕੀਤੀਆਂ, ਕੀ ਉਹ ਨਵੇਂ ਐਕਟ ਲੈ ਕੇ ਆਏ, ਕੀ ਉਹਨਾਂ ਦੇ ਐਕਟਾਂ ਦਾ ਮਤਲਬ ਸੀ, ਸਾਰਾ ਕੁਛ ਆਪਾਂ ਵੀਡੀਓ ਦੇ ਵਿੱਚ ਕਵਰ ਕਰਾਂਗੇ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਗਵਰਨਰ ਜਨਰਲ ਆਫ ਬੰਗਾਲ। ਸਭ ਤੋਂ ਪਹਿਲਾਂ ਕੀ ਬਣਦੇ ਸੀ? ਗਵਰਨਰ ਜਨਰਲ ਬਣਦੇ ਹੁੰਦੇ ਸੀ ਆਪਣੇ। ਠੀਕ ਹੈ ਜੀ। ਇਸ ਤੋਂ ਬਾਅਦ ਕੀ ਬਣ ਲੱਗ ਗਏ? ਗਵਰਨਰ ਜਨਰਲ ਆਫ ਬੰਗਾਲ ਬਣ ਲੱਗ ਗਏ। ਗਵਰਨਰ ਜਨਰਲ ਆਫ ਬੰਗਾਲ ਕਿਦੋਂ ਬਣ ਲੱਗ ਗਏ ਰਾਜੇ? ਸਭ ਤੋਂ ਪਹਿਲਾਂ ਆਪਣੇ ਕੀ ਹੋਇਆ ਰਾਜੇ ਕਿ ਐਕਟ ਪਾਸ ਕੀਤਾ ਗਿਆ। ਕਿਹੜਾ? ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ 1773 ਦੇ ਵਿੱਚ। ਮੇਨ ਪੋਜੀਸ਼ਨ ਇਹ ਤੋਂ ਬਣਦਾ ਹੁੰਦਾ ਗਾ। ਮੇਨ ਪੋਜੀਸ਼ਨ ਇਹ ਤੋਂ ਬਣਦਾ ਹੁੰਦਾ ਕਿ ਜਿਹੜਾ ਰੈਗੂਲੇਟਿੰਗ ਐਕਟ ਆ ਰਾਜੇ, ਇਹ ਕਦੋਂ ਪਾਸ ਕੀਤਾ ਗਿਆ ਸੀ? ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ 1773 ਦੇ ਵਿੱਚ। ਇਹ ਐਕਟ ਦੇ ਦੌਰਾਨ ਕੀ ਹੋਇਆ ਰਾਜੇ? ਇਹ ਐਕਟ ਦੇ ਦੌਰਾਨ ਕੀ ਹੋਇਆ? ਜਿਹੜਾ ਪਹਿਲਾਂ ਗਵਰਨਰ ਆਫ ਬੰਗਾਲ ਬਣਦਾ ਸੀ, ਉਹ ਗਵਰਨਰ ਜਨਰਲ ਆਫ ਬੰਗਾਲ ਬਣਨ ਲੱਗ ਗਿਆ। ਕੀ ਬਣਨ ਲੱਗ ਗਿਆ? ਗਵਰਨਰ ਜਨਰਲ ਆਫ ਬੰਗਾਲ ਕਹਿਣ ਲੱਗ ਗਏ ਉਹਨੂੰ। ਠੀਕ ਹੈ ਜੀ। ਇਹ ਉਹਦੇ ਤਹਿਤ ਸਭ ਤੋਂ ਪਹਿਲਾਂ ਗਵਰਨਰ ਜਨਰਲ ਕੌਣ ਲੱਗਿਆ ਸੀ ਰਾਜੇ? ਗਵਰਨਰ ਜਨਰਲ ਆਫ ਬੰਗਾਲ ਕੌਣ ਲੱਗਿਆ ਸੀ? ਵਾਰਨ ਹੇਸਟਿੰਗ। ਵਾਰਨ ਹੇਸਟਿੰਗ ਲੱਗਿਆ ਸੀ। ਇਹਦਾ ਸਮਾਂ ਜ਼ਰੂਰ ਯਾਦ ਕਰ ਲਿਓ। 1774 ਤੋਂ ਲੈ ਕੇ 1785 ਤੱਕ ਦਾ ਇਹਦਾ ਸਮਾਂ ਰਿਹਾ ਹੈਗਾ। ਠੀਕ ਹੈ ਜੀ। ਜਦੋਂ ਅੱਜ 1773 ਦਾ ਰੈਗੂਲੇਟਿੰਗ ਐਕਟ ਪਾਸ ਹੋ ਗਿਆ,
ਉਹ ਐਕਟ ਦੇ ਤਹਿਤ ਹੀ ਸੁਪਰੀਮ ਕੋਰਟ ਇਸਟੈਬਲਿਸ਼ ਹੋਈ ਸੀ ਕਲਕੱਤਾ ਦੇ ਵਿੱਚ। ਸੋ ਤੋਂ ਪੁੱਛਿਆ ਜਾ ਸਕਦਾ ਕਿ ਪਹਿਲੀ ਜਿਹੜੀ ਸੁਪਰੀਮ ਕੋਰਟ ਸੀ ਉਹ ਕਿੱਥੇ ਇਸਟੈਬਲਿਸ਼ ਹੋਈ ਸੀ? ਤੁਸੀਂ ਕਹਿੰਦਾ ਕਲਕੱਤਾ ਦੇ ਵਿੱਚ ਲੱਗੀ ਸੀ ਪਹਿਲੀ ਸੁਪਰੀਮ ਕੋਰਟ। ਤੇ ਇਹਦਾ ਪਹਿਲਾ ਜੱਜ ਕੌਣ ਸੀ ਰਾਜੇ? ਇਹਦਾ ਪਹਿਲਾ ਜੱਜ ਹੈਗਾ ਸੀ ਇੰਪੇ। ਇੰਪੇ ਦਾ ਪਹਿਲਾ ਜੱਜ ਸੀ। ਪੂਰਾ ਨਾਂ ਯਾਦ ਕਰਨ ਦੀ ਲੋੜ ਨਹੀਂ, ਇੰਪੇ ਯਾਦ ਕਰ ਲਿਓ। ਇੱਕ ਤਾਂ ਇਹ ਹੁਣ ਆਪਾਂ ਵਾਰਨ ਹੇਸਟਿੰਗ ਦੇ ਸਮੇਂ ਕੀ ਕੁਛ ਹੋਇਆ ਸੀ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਸਭ ਤੋਂ ਪਹਿਲਾਂ ਰੈਗੂਲੇਟਿੰਗ ਐਕਟ ਪਾਸ ਹੋਇਆ, ਕਦੋਂ ਹੋਇਆ? 1773 ਦੇ ਵਿੱਚ। ਇਹਦੇ ਤਹਿਤ ਕੀ ਹੋ ਗਿਆ? ਕਹਿੰਦੇ ਭਾਈ ਜਿਹੜਾ ਆਪਾਂ ਗਵਰਨਰ ਆਫ ਬੰਗਾਲ ਕਹਿੰਦੇ ਆ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਕਿਹਾ ਜਾਊਗਾ। ਠੀਕ ਹੈ ਜੀ, ਇਹ ਕਿਹਾ ਜਾਊਗਾ। ਕਹਿੰਦੇ ਠੀਕ ਹੈ ਜੀ, ਕਹਿ ਦਿਆ ਕਰੋ। ਇਹ ਦੁਬਾਰਾ ਜੇ ਇਹ ਐਕਟ ਦੇ ਤਹਿਤ ਹੀ ਕੀ ਕਰਤਾ? ਸੁਪਰੀਮ ਕੋਰਟ ਇਸਟੈਬਲਿਸ਼ ਕਰਤੀ। ਇਸੇ ਤਹਿਤ ਹੀ ਰਾਜੇ ਕੀ ਕਰਤੀ? ਡੂਅਲ ਗਵਰਨਮੈਂਟ ਦਾ ਐਂਡ ਕਰਤਾ, ਦੋਹਰੀ ਸਰਕਾਰ ਦਾ ਅੰਤ ਕਰਤਾ। ਜਦੋਂ ਪੁੱਛਿਆ ਜੇ ਦੋਹਰੀ ਸਰਕਾਰ ਦਾ ਅੰਤ ਕਿਹੜੇ ਐਕਟ ਦੇ ਤਹਿਤ ਕੀਤਾ ਗਿਆ ਸੀ? ਰੈਗੂਲੇਟਿੰਗ ਐਕਟ ਦੇ ਤਹਿਤ। ਤੇ ਸੁਪਰੀਮ ਕੋਰਟ ਦੀ ਕਲਕੱਤਾ ਦੇ ਵਿੱਚ ਸਥਾਪਨਾ ਵੀ ਇਸ ਐਕਟ ਦੇ ਤਹਿਤ ਹੀ ਹੋਈ ਸੀ। ਚਲੋ ਠੀਕ ਹੈ। ਇਸ ਤੋਂ ਬਾਅਦ ਰਾਜੇ 100 ਤੋਂ ਪੁੱਛਿਆ ਜਾਊ ਕਿ ਪਿਟਸ ਐਕਟ ਕਦੋਂ ਆਇਆ ਸੀ? ਤੁਹਾਨੂੰ ਪੇਪਰ ਪੱਕਾ ਪੁੱਛਿਆ ਜਾਊ ਕਿ ਪਿਟਸ ਐਕਟ ਕਦੋਂ ਆਇਆ ਸੀ? ਤੁਸੀਂ ਇਹ ਕਹਿੰਦੇ ਹੋ ਰਾਜੇ ਕਿ ਪਿੱਟ ਸਿਆਪਾ, ਇਹ ਤੋਂ ਯਾਦ ਕਰ ਲਓ। ਪਿੱਟ ਸਿਆਪਾ ਆਪਣੇ 1984 ਦੇ ਵਿੱਚ ਕਿੰਨਾ ਪਿੱਟ ਸਿਆਪਾ ਹੋਇਆ ਸੀ ਰਾਜੇ? ਕਿੰਨੇ ਬੇਕਸੂਰ ਮਾਰੇ ਗਏ ਸੀ, ਹੈ ਨਾ? ਤਾਂ ਪਿਟਸ ਐਕਟ ਨੂੰ ਯਾਦ ਕਰ ਲਓ, 1984 ਦੀ ਗੱਲ ਹੈ। ਇਹਨੂੰ ਨਾਲ ਯਾਦ ਕਰ ਲਿਓ, 1784 ਦੇ ਨਾਲ ਯਾਦ ਕਰ ਲਿਓ। ਇੱਕ ਰਾਜੇ ਇਹਦੇ ਸਮੇਂ ਹੋਈ ਸੀ, ਦੇਖੋ ਤੁਸੀਂ ਐਂ ਯਾਦ ਕਰ ਲਿਓ। ਵਾਰਨ ਹੇਸਟਿੰਗ ਦੇ ਸਮੇਂ ਪਹਿਲੀ ਮਰਾਠਾ ਵਾਰ ਹੋਈ ਸੀ। ਆਹ ਡੇਟ ਯਾਦ ਕਰਨ ਦੀ ਕੋਈ ਲੋੜ ਨਹੀਂ। ਠੀਕ ਹੈ ਜੀ। ਇਹਦੇ ਸਮੇਂ ਕੀ ਹੋਈ ਸੀ ਰਾਜੇ? ਪਹਿਲੀ ਤਾਂ ਮਰਾਠਾ ਵਾਰ ਹੋਈ ਸੀ ਵਾਰਨ ਹੇਸਟਿੰਗ ਦੇ ਸਮੇਂ, ਅਤੇ ਦੂਜੀ ਮਸੂਰ ਵਾਰ ਹੋਈ ਸੀ। ਇਹ ਸਾਰਾ ਕੁਝ ਆਹ ਡੇਟਾਂ ਨਹੀਂ ਯਾਦ ਕਰਨੀਆਂ। ਠੀਕ ਹੈ ਜੀ। ਕੀ ਹੋਇਆ ਸੀ ਵਾਰਨ ਹੇਸਟਿੰਗ ਦੇ ਸਮੇਂ ਰਾਜੇ? ਪਹਿਲੀ ਤਾਂ ਮਰਾਠਾ ਵਾਰ ਹੋਈ ਸੀ, ਦੂਜੀ ਮਸੂਰ ਵਾਰ ਹੋਈ ਸੀ। ਐਂ ਯਾਦ ਕਰ ਲਿਓ। ਇੱਕ ਇਹਦੇ ਸਮੇਂ ਹੋਈ ਸੀ ਰਾਜੇ ਰੋਹਿਲਾ ਵਾਰ, ਜੋ 1773 ਦਾ ਐਕਟ ਪਾਸ ਹੋ ਗਿਆ। ਦੋ ਅਗਲੇ ਸਾਡੀ ਰੋਹਿਲਾ ਵਾਰ ਹੋ ਗਈ ਸੀ 1774 ਦੇ ਵਿੱਚ। ਇੱਕ ਇਹਦੇ ਸਮੇਂ ਰਾਜੇ ਸੰਧੀ ਹੋਈ ਸੀ, ਸਲਵਾਈ ਦੀ ਸੰਧੀ। ਪੇਪਰ ਦੇ ਵਿੱਚ ਇੰਨੀ ਵਾਰੀ ਪ੍ਰਸ਼ਨ ਆਇਆ ਹੋਇਆ ਕਿ ਸਲਵਾਈ ਦੀ ਸੰਧੀ ਕਿਹਦੇ ਸਮੇਂ ਹੋਈ ਸੀ? ਵਾਰਨ ਹੇਸਟਿੰਗ ਦੇ ਸਮੇਂ ਹੋਈ ਸੀ। ਇਹ ਸੰਧੀ ਕਿਹਦੇ ਨਾਲ ਹੋਈ ਸੀ ਰਾਜੇ? ਮਰਾਠਿਆਂ ਨਾਲ ਇਹ ਸੰਧੀ ਹੋਈ ਸੀ। ਠੀਕ ਹੈ ਜੀ, 1782 ਦੇ ਵਿੱਚ। ਇੱਥੋਂ ਤੱਕ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ? ਠੀਕ ਹੈ ਜੀ, ਚਲੋ ਠੀਕ ਹੈ ਰਾਜੇ, ਇੱਥੋਂ ਤੱਕ ਓਕੇ। ਚਲੋ ਇਸ ਤੋਂ ਬਾਅਦ ਰਾਜੇ ਕੀ ਹੋਇਆ ਸੀ? ਇਸੇ ਦੇ ਸਮੇਂ ਹੀ ਵਾਰਨ ਹੇਸਟਿੰਗ ਦੇ ਸਮੇਂ ਕੀ ਹੋਇਆ ਸੀ? ਵਾਰਨ ਹੇਸਟਿੰਗ ਦੇ ਸਮੇਂ ਕੀ ਹੋਇਆ ਸੀ? ਐਸੀਟੈਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਹੋਈ ਸੀ। ਪੁੱਛਿਆ ਗਿਆ, ਇੰਨੇ ਵਾਰੀ ਪ੍ਰਸ਼ਨ ਆਇਆ ਹੋਇਆ ਕਿ ਐਜ਼ਟੈਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਦੋਂ ਹੋਈ ਸੀ? 1784 ਦੇ ਵਿੱਚ। ਤੇ ਇਹ ਸਥਾਪਨਾ ਕੀਤੀ ਕਿਹਨੇ ਸੀ ਰਾਜੇ? ਸਰ ਵਿਲੀਅਮ ਜੋਨਸ ਨੇ। ਓਕੇ। ਇਦੋਂ ਬਾਅਦ ਰਾਜੇ ਇਹਦੇ ਸਮੇਂ ਦੇ ਵਿੱਚ ਇੱਕ ਬਹੁਤ ਤਕੜਾ ਕੰਮ ਹੋਰ ਹੋ ਗਿਆ ਸੀ। ਜਿਹੜੀ ਆਪਣੀ ਭਗਵਤ ਗੀਤਾ ਨਾ ਰਾਜੇ, ਉਹਦਾ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਕੀਤਾ ਗਿਆ ਸੀ। ਕਿਹਦੇ ਦੁਆਰਾ? ਚਾਰਲਸ ਵਿਲਕਿੰਸ ਦੁਆਰਾ 1785 ਦੇ ਵਿੱਚ। ਕੀ ਪੜ੍ਹ ਕੇ ਗਏ ਆਪਾਂ ਇਹੀ ਪੜ੍ਹ ਕੇ ਗਏ ਆਪਾਂ ਜੀ। 1773 ਦਾ ਐਕਟ ਪਾਸ ਹੋ ਗਿਆ। ਉਹਦੇ ਤਹਿਤ ਕੀ ਹੋ ਗਿਆ? ਕਹਿੰਦੇ ਭਾਈ ਜਿਹੜਾ ਹੁਣ ਗਵਰਨਰ ਹੋਊਗਾ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਕਿਹਾ ਜਾਊਗਾ। ਕਹਿੰਦੇ ਠੀਕ ਹੈ। ਜੋ 1773 ਦਾ ਐਕਟ ਪਾਸ ਕਰਤਾ ਰਾਜੇ, ਇਹਨਾਂ ਨੇ ਡੂਅਲ ਸ਼ਾਸਨ ਸੀ ਜਿਹੜਾ, ਡੂਅਲ ਗਵਰਨਮੈਂਟ, ਉਹ ਖਤਮ ਕਰਤੀ। ਡੂਅਲ ਗਵਰਨਮੈਂਟ ਦਾ ਮਤਲਬ ਇਹ ਹੁੰਦਾ ਗਾ, ਜਿਵੇਂ ਰਾਜੇ ਹੁਣ ਆਪਣੇ ਸੈਂਟਰ ਦੇ ਵਿੱਚ ਤਾਂ ਮੋਦੀ ਸਾਹਿਬ ਬੈਠੇ ਆ, ਪੰਜਾਬ ਦੇ ਵਿੱਚ ਆਪਣੇ ਭਗਵੰਤ ਮਾਨ ਸਾਹਿਬ ਬੈਠੇ ਆ, ਉਹਨੂੰ ਕਹਿੰਦੇ ਨੇ ਡੂਅਲ ਗਵਰਨਮੈਂਟ। ਠੀਕ ਹੈ ਜੀ। ਉਵੇਂ ਜਿਵੇਂ ਇਹਨਾਂ ਨੇ 1773 ਦੇ ਰੈਗੂਲੇਟਿੰਗ ਦੇ ਐਕਟ ਦੇ ਤਹਿਤ ਇਹ ਜਿਹੜੀ ਸ਼ਾਸਨ ਸੀ, ਇਹ ਡੂਅਲ ਗਵਰਨਮੈਂਟ ਸੀ, ਇਹਨੂੰ ਖਤਮ ਕਰਤਾ ਸੀ। ਇੱਕ ਇਹਦੇ ਤਹਿਤ ਰਾਜੇ ਇਹਨਾਂ ਨੇ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਲਾਤੀ, ਜਿਹਦਾ ਪਹਿਲਾ ਜੱਜ ਇੰਪੇ ਲਾਤਾ। ਇਹ ਤੋਂ ਬਾਅਦ ਇਹਨਾਂ ਨੇ ਪਿਟਸ ਐਕਟ ਲਿਆਤਾ। ਪਿਟਸ ਐਕਟ ਰਾਜੇ ਕਈ ਵਾਰੀ ਪੁੱਛਿਆ ਜਾਂਦਾ ਹੁੰਦਾ ਕਿ ਪਿਟਸ ਐਕਟ ਕਿਉਂ ਲਿਆਉਣਾ ਪਿਆ ਰਾਜੇ ਇਹਨਾਂ ਨੂੰ? ਜਿਹੜਾ ਰੈਗੂਲੇਟਿੰਗ ਐਕਟ ਲੈ ਕੇ ਆਏ ਸੀ ਨਾ ਜੀ, ਰੈਗੂਲੇਟਿੰਗ ਐਕਟ ਲੈ ਕੇ ਆਏ ਸੀ 1773 ਵਾਲਾ, ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਸੀ। ਉਹ ਕਮੀਆਂ ਪੇਸ਼ੀਆਂ ਦੂਰ ਕਰਨ ਵਾਸਤੇ ਫਿਰ ਇਹ ਪਿਟਸ ਐਕਟ ਲੈ ਕੇ ਆਏ ਸੀ 1784 ਦੇ ਵਿੱਚ। ਇਹ ਗੱਲ ਵੀ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਡੇ ਤੋਂ ਪੁੱਛਣਗੇ ਰਹੀਲਾ ਵਾਰ ਕਦੋਂ ਹੋਈ ਸੀ? ਤੁਸੀਂ ਕਹਿੰਦੇ 1774 ਦੇ ਵਿੱਚ। ਕਿਹਦੇ ਸਮੇਂ ਹੋਈ ਸੀ? ਵਿਲੀਅਮ ਹੇਸਟਿੰਗ ਦੇ ਸਮੇਂ ਹੋਈ ਸੀ। ਠੀਕ ਹੈ ਜੀ। ਇਹਦੇ ਸਮੇਂ ਪਹਿਲੀ ਮਰਾਠਾ ਵਾਰ ਐਂਡ ਸੈਕਿੰਡ ਮਸੂਰ ਵਾਰ। ਇਹ ਰੱਟਾ ਲਾ ਲਓ, ਪਹਿਲੀ ਮਰਾਠਾ ਵਾਰ, ਸੈਕਿੰਡ ਮਸੂਰ ਵਾਰ, ਟ੍ਰੀਟੀ ਆਫ ਸਲਵਾਈ। ਠੀਕ ਹੈ ਜੀ। ਸਾਰਾ ਕੁਝ ਇਹਦੇ ਸਮੇਂ ਹੋਇਆ ਸੀ। ਐਸ ਸਟੱਡੀ ਆਫ ਬੰਗਾਲ ਦੀ ਸਥਾਪਨਾ 1784, ਵਿਲੀਅਮ ਜੋਨਸ। ਭਗਵਦ ਗੀਤਾ ਦਾ ਟਰਾਂਸਲੇਸ਼ਨ ਕੀਤਾ ਸੀ 1785, ਚਾਰਲਸ ਵਿਲਕਿੰਸ। ਠੀਕ ਹੈ ਤਾਂ ਜੀ, ਇਹ ਯਾਦ ਕਰ ਲਿਓ। ਇਹਨਾਂ ਨਾਲ ਰਾਜੇ ਜਿੰਨੇ ਵੀ ਆਪਣੇ ਇੰਪੋਰਟੈਂਟ ਪ੍ਰਸ਼ਨ ਸੀ ਵਾਰਨ ਹੇਸਟਿੰਗ ਨਾਲ ਰਿਲੇਟਡ, ਉਹ ਆਪਾਂ ਸਾਰੇ ਕਰ ਲਏ। ਹੁਣ ਕੁਛ ਨਹੀਂ ਬਚਿਆ ਇਹਦੇ ਬਾਰੇ। ਠੀਕ ਹੈ ਜੀ। ਆਹ ਟਾਈਮ ਜ਼ਰੂਰ ਯਾਦ ਕਰਦੇ ਜਾਇਓ। ਠੀਕ ਹੈ ਰਾਜੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਆਪਣੇ ਅਗਲੇ ਬਾਰੇ। ਅਗਲੇ ਆਪਣੇ ਇਹ ਬਹੁਤ ਇੰਪੋਰਟੈਂਟ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਆਪਣੇ ਮੇਨ ਬੰਦਾ ਜਿਹੜਾ, ਠੀਕ ਹੈ ਜੀ, ਲਾਰਡ ਕਾਰਨਵਾਲਿਸ। ਇਹਦਾ ਸਮਾਂ ਰਿਹਾ ਰਾਜੇ, ਉਹਦਾ ਸਮਾਂ ਤਾਂ ਰਿਹਾ ਸੀ 1774 ਤੋਂ ਲੈ ਕੇ 1785 ਤੱਕ। ਇਹਦਾ ਸਮਾਂ ਰਿਹਾ 86 ਤੋਂ 93। ਠੀਕ ਹੈ ਜੀ। ਉਹਦਾ ਰਿਹਾ ਸੀ 74 ਤੋਂ 85। ਠੀਕ ਹੈ ਜੀ। ਇਹਦਾ 86 ਤੋਂ 93 ਤੱਕ ਰਿਹਾ।
ਇਹਦੇ ਸਮੇਂ ਕੀ ਹੋਇਆ ਸੀ ਰਾਜੇ, ਇਹ ਸਮੇਂ ਤੀਜੀ ਮਸ਼ਹੂਰ ਵਾਰ ਹੋਈ ਸੀ। ਦੂਜੀ ਤਾਂ ਹੋਈ ਸੀ ਵਾਰਨ ਹੈਸਟਿੰਗ ਦੇ ਸਮੇਂ, ਇਹਦੇ ਸਮੇਂ ਹੋਈ ਸੀ ਤੀਜੀ ਮਸ਼ਹੂਰ ਵਾਰ। ਤੇ ਇਹਦੇ ਸਮੇਂ ਹੋਈ ਸੀ ਰਾਜੇ ਟ੍ਰੀਟੀ ਆਫ ਸੇਰੀਰੰਗਪਟਮ 1792 ਦੇ ਵਿੱਚ। ਆਹ ਡੇਟ ਭਾਵੇਂ ਨਾ ਯਾਦ ਕਰੋ ਪਰ ਆਹ ਜ਼ਰੂਰ ਯਾਦ ਕਰ ਲਿਓ। ਟ੍ਰੀਟੀ ਆਫ ਸੇਰੀਰੰਗਪਟਮ ਕਦੋਂ ਹੋਈ ਸੀ, 1792 ਦੇ ਵਿੱਚ। ਇੱਕ ਰਾਜੇ ਕੋਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ, ਠੀਕ ਹੈ ਜੀ, ਇਹ ਪਰਮਾਨੈਂਟ ਸੈਟਲਮੈਂਟ ਸ਼ੁਰੂ ਕੀਤੀ ਸੀ ਕਿੱਥੇ, ਦੋਨੇ ਨਾਮ ਬੀਬੀ ਤੇ ਬੰਗਾਲ ਤੇ ਬਿਹਾਰ ਦੇ ਵਿੱਚ 1793। ਆਹ ਡੇਟ ਵੀ ਯਾਦ ਕਰਨੀ ਹੈ। ਪਰਮਾਨੈਂਟ ਸੈਟਲਮੈਂਟ ਰਾਜੀ ਸ਼ੁਰੂ ਕੀਤੀ ਸੀ ਬੰਗਾਲ ਤੇ ਬਿਹਾਰ ਦੇ ਵਿੱਚ 1793 ਦੇ ਵਿੱਚ। ਕਿਹਨੇ ਕੀਤੀ ਸੀ, ਆਪਣੇ ਲਾਰਡ ਕੋਰਨਵਾਲਿਸ ਨੇ। ਇੱਕ ਰਾਜੇ ਕੋਰਨਵਾਲਿਸ ਨੂੰ ਹੋਰ ਕੀ ਕਿਹਾ ਜਾਂਦਾ, ਇਹਨੂੰ ਕਿਹਾ ਜਾਂਦਾ ਫਾਦਰ ਆਫ ਸਿਵਲ ਸਰਵਿਸ, ਫਾਦਰ ਆਫ ਦਾ ਸਿਵਲ ਸਰਵਿਸ ਇਨ ਇੰਡੀਆ ਵੀ ਇਸ ਨੂੰ ਕਿਹਾ ਜਾਂਦਾ। ਦੂਜਾ ਗੱਲ ਰਾਜੇ ਜਿਹੜੇ ਆਪਣੇ ਥਾਣੇ ਚੌਂਕੀਆਂ ਹੈਗੀਆਂ ਇਹ ਵੀ ਸਾਰੇ ਕਿਹਨੇ ਬਣਾਏ ਸੀ, ਲਾਰਡ ਕੋਰਨਵਾਲਿਸ ਨੇ ਬਣਾਏ ਸੀ। ਇੱਕ ਰਾਜੇ ਇਹਦੇ ਸਮੇਂ ਇੱਕ ਹੋਰ ਵੀ ਬਹੁਤ ਤਕੜੀ ਗੱਲ ਹੋਈ ਸੀ। ਇਹਦੇ ਸਮੇਂ ਕੀ ਹੋਇਆ ਸੀ ਰਾਜੇ, ਜਿਹੜਾ ਵਿਲੀਅਮ ਜੋਨਸ ਸੀ, ਵਿਲੀਅਮ ਜੋਨਸ ਉਹੀ ਹੈ ਰਾਜੇ ਜਿਹਨੇ ਐਸਟੈਕ ਸੋਸਾਇਟੀ ਆਫ ਬੰਗਾਲ ਦੀ ਰਚਨਾ ਕੀਤੀ ਸੀ 1784 ਦੇ ਵਿੱਚ, ਵਾਰਨ ਹੈਸਟਿੰਗ ਦੇ ਸਮੇਂ। ਇਹਨੇ ਰਾਜੇ ਇਹਨਾਂ ਦੇ ਸਮੇਂ ਨਾ ਕੀ ਕੀਤਾ ਸੀ, ਅਭਿਗਿਆਨ ਸ਼ਕੁੰਤਲਾ ਨੂੰ ਅੰਗਰੇਜ਼ੀ ਦੇ ਵਿੱਚ ਕਨਵਰਟ ਕੀਤਾ ਸੀ। ਇਹ ਵੀ ਗੱਲ ਯਾਦ ਕਰ ਲਿਓ, ਲਾਰਡ ਕਾਰਨਵਾਲਿਸ ਦੇ ਨਾਲ ਰਿਲੇਟ ਕਰਦੇ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਦੇ ਰਾਜੇ ਆਪਾਂ ਸਰ ਜੌਨ ਸ਼ੋਰ ਮੋਰੇ। ਸਰ ਜੌਨ ਸ਼ੋਰ ਮੋਰੇ ਪਹਿਲਾਂ ਆਪਾਂ ਪੜ੍ਹ ਕੇ ਗਏ ਰਾਜੇ 1773 ਤੋਂ 1774 ਤੋਂ ਲੈ ਕੇ 85 ਤੱਕ ਦਾ ਸਮਾਂ ਰਿਹਾ। ਇਸ ਤੋਂ ਬਾਅਦ 86 ਤੋਂ ਲੈ ਕੇ 93 ਤੱਕ ਦਾ ਸਮਾਂ ਰਿਹਾ। ਇਸ ਤੋਂ ਬਾਅਦ 93 ਤੋਂ ਲੈ ਕੇ 98 ਤੱਕ ਦਾ ਸਮਾਂ ਰਿਹਾ। ਐਂ ਲੈਣੋ ਵਾਰ ਯਾਦ ਕਰਦੇ ਆਇਓ ਤੁਸੀਂ। ਉਦੋਂ ਹੈਗਾ ਸੀ ਰਾਜੇ ਸਰ ਜੌਨ ਸ਼ੋਰ ਮੋਰੇ। ਇਹਦੇ ਸਮੇਂ ਕੀ ਹੋਇਆ ਸੀ ਰਾਜੇ, ਠੀਕ ਹੈ ਜੀ, ਪਰਮਾਨੈਂਟ ਸੈਟਲਮੈਂਟ। ਆਹ ਤੁਸੀਂ ਭਾਵੇਂ ਨਾ ਯਾਦ ਕਰਿਓ, ਇਸ ਤੋਂ ਕਦੇ ਨਹੀਂ ਪੁੱਛਿਆ ਜਾਊਗਾ ਕਿ ਪਰਮਾਨੈਂਟ ਸੈਟਲਮੈਂਟ ਦੀ ਗੱਲ ਹਮੇਸ਼ਾ ਕੋਰਨਵਾਲਿਸ ਨਾਲ ਹੀ ਰਿਲੇਟ ਕਰੂਗੀ, ਠੀਕ ਹੈ ਜੀ। ਆਪਾਂ ਤੋਂ ਪੁੱਛਿਆ ਜਾਊਗਾ ਜਦ ਸਰ ਜੌਨ ਸ਼ੋਰ ਮੋਰੇ ਬਾਰੇ ਨਾ ਇੱਕ ਮੇਨ ਚੀਜ਼ ਹੈ, ਇਹਨਾਂ ਦੇ ਸਮੇਂ ਨਾ ਹੋਈ ਸੀ ਬੈਟਲ ਆਫ ਖਾਰਦਾ। ਬੈਟਲ ਆਫ ਖਾਰਦਾ ਹੋਈ ਸੀ। ਤੋਂ ਪ੍ਰਸ਼ਨ ਇਹ ਪੁੱਛਿਆ ਜਾਊਗਾ ਕਿ ਬੈਟਲ ਆਫ ਖਾਰਦਾ ਹੋਈ ਕਿਦੋਂ ਸੀ, 1795 ਦੇ ਵਿੱਚ ਹੋਈ ਸੀ। ਅਤੇ ਇਹ ਕਿਹਦੇ ਵਿਚਕਾਰ ਹੋਈ ਸੀ, ਇਹ ਪ੍ਰਸ਼ਨ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ ਰਾਜੇ। ਇਹ ਬੈਟਲ ਹੋਈ ਸੀ ਨਿਜ਼ਾਮ ਐਂਡ ਮਰਾਠਾ ਦੇ ਵਿਚਕਾਰ। ਕਿਹਦੇ ਵਿਚਕਾਰ, ਨਿਜ਼ਾਮ ਐਂਡ ਮਰਾਠਾ ਦੇ ਵਿਚਕਾਰ ਇਹ ਜਿਹੜੀ ਹੋਈ ਸੀ ਰਾਜੇ ਬੈਟਲ ਹੋਈ ਸੀ। ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈਗਾ, ਇਹਨੂੰ ਛੱਡ ਦਿਓ। ਆਹ ਤਾਂ ਬੈਸਟ ਇੰਪੋਰਟੈਂਟ ਹੈ ਨਾ, ਸਮੇਂ ਇੱਕ ਕਾਂਡ ਹੀ ਹੋਇਆ ਸੀ ਬਸ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਰਾਜੇ ਲਾਰਡ ਬੈਲਜ਼ਲੀ। ਇਹ ਬੰਦਾ ਬੇਕਾਰ ਹੀ ਸੀ, ਲਾਰਡ ਬੈਲਜ਼ਲੀ ਸੀ ਜਿਹੜਾ, ਠੀਕ ਹੈ ਜੀ, ਘਟੀਆ ਜਿਹਾ ਬੰਦਾ ਸੀ ਇਹ, ਠੀਕ ਹੈ। ਇਹਦਾ ਸਮਾਂ ਰਿਹਾ ਰਾਜੇ 98 ਤੋਂ ਲੈ ਕੇ 1805 ਤੱਕ, ਲਾਰਡ ਬੈਲਜ਼ਲੀ ਦਾ। ਇਹ ਲੈ ਕੇ ਆਇਆ ਸੀ ਰਾਜੇ ਸਬਸਿਡੀ ਅਲਾਇੰਸ। ਸਬਸਿਡੀ ਅਲਾਇੰਸ 1798 ਦੇ ਵਿੱਚ ਕੌਣ ਲੈ ਕੇ ਆਇਆ ਸੀ, ਇਹ ਲੈ ਕੇ ਆਇਆ ਸੀ, ਠੀਕ ਹੈ ਜੀ। ਅਤੇ ਬਸ ਤੁਸੀਂ ਇੰਨਾ ਯਾਦ ਕਰ ਲਿਓ। ਅਤੇ ਜਿਹੜੀ ਫਸਟ ਵਾਰੀ ਇਹ ਨਿਜ਼ਾਮ ਸੀ ਜਿਹੜਾ ਹੈਦਰਾਬਾਦ ਦਾ, ਉਹਨੇ ਇਹਦੇ ਨਾਲ ਗੱਠਜੋੜ ਕਰ ਲਿਆ ਸੀ ਸਬਸਿਡੀ ਅਲਾਇੰਸ। ਹੁਣ ਸਬਸਿਡੀ ਅਲਾਇੰਸ ਬਾਰੇ ਬੜਾ ਡੀਪਲੀ ਜਾਣ ਦੀ ਲੋੜ ਨਹੀਂ। ਇੱਕ ਇਹਦੇ ਸਮੇਂ ਕੀ ਹੋਈ ਸੀ ਰਾਜੇ, ਟ੍ਰੀਟੀ ਆਫ ਬਸੀਨ। ਟ੍ਰੀਟੀ ਆਫ ਬਸੀਨ ਵੀ ਇਹਦੇ ਸਮੇਂ ਹੋਈ ਸੀ 1802 ਦੇ ਵਿੱਚ। ਅਤੇ ਸੈਕੰਡ ਮਰਾਠਾ ਵਾਰ ਵੀ ਇਹਦੇ ਸਮੇਂ ਹੀ ਹੋਈ ਸੀ ਬੈਲਜ਼ਲੀ ਦੇ ਵੇਲੇ। ਅਤੇ ਬੈਲਜ਼ਲੀ ਨੂੰ ਕੀ ਕਿਹਾ ਜਾਂਦਾ ਸੀ ਰਾਜੇ, ਟਾਈਗਰ ਆਫ ਬੰਗਾਲ। ਟਾਈਗਰ ਆਫ ਬੰਗਾਲ ਵੀ ਕਿਹਾ ਜਾਂਦਾ ਸੀ ਰਾਜੇ। ਇਹ ਬੰਦਾ ਉਹ ਹੈਗਾ ਜਿਹਨੇ ਪ੍ਰੈਸ 'ਤੇ ਪਾਬੰਦੀ ਲਾਤੀ ਸੀ, ਪ੍ਰੈਸ 'ਤੇ ਪਾਬੰਦੀ ਲਾਤੀ ਸੀ ਇਹ ਬੰਦੇ ਨੇ। ਬਹੁਤ ਹੀ ਘਟੀਆ ਬੰਦਾ ਸੀ ਇਹ, ਜੈਲਸੀ ਫੈਕਟਰ ਵਾਲਾ ਬੰਦਾ ਸੀ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ, ਓਕੇ। ਹੋ ਗਈਆਂ ਦੋ ਚੀਜ਼ਾਂ। ਇਸ ਤੋਂ ਬਾਅਦ ਰਾਜੇ ਆਪਣੇ ਆ ਗਿਆ, ਆਹ ਦੋ ਆ ਗਏ। ਇਹ ਵੀ ਇਹਨਾਂ 'ਚ ਬਸ ਇੱਕ ਚੀਜ਼ ਹੀ ਹੈ, ਸਿਰਫ ਮੇਨ ਚੀਜ਼ ਲੈ ਕੇ ਆਇਆ ਰਾਜੇ, ਬਿਲਕੁਲ ਮੇਨ ਚੀਜ਼। ਜਿਹੜੇ ਬੱਚੇ ਨੇ ਪਹਿਲਾਂ ਕਿਤੇ ਤਿਆਰੀ ਕਰੀ ਹੋਊਗੀ ਜਾਂ ਆਲਰੇਡੀ ਤਿਆਰੀ ਕਰ ਚੁੱਕਿਆ, ਉਹਨਾਂ ਨੂੰ ਪਤਾ ਹੋਊਗਾ ਰਾਜੇ ਕਿੰਨੀ ਮੇਨ ਚੀਜ਼ ਕੱਢ ਕੇ ਲੈ ਕੇ ਆਇਆ, ਨਿਚੋੜ ਹੀ ਲੈ ਕੇ ਆਇਆ ਹੈਗਾ। ਜਾਰਜ ਬਾਰਲੋ ਰਾਜੇ, ਜਿਹੜਾ ਜਾਰਜ ਬਾਰਲੋ ਸੀ, ਇਹਦਾ ਸਮਾਂ ਰਿਹਾ 5 ਤੋਂ ਲੈ ਕੇ 7 ਤੱਕ। ਹੁਣ ਨਾਲ ਰਿਪੀਟ ਕਰਦੇ ਜਾਓ। ਪਹਿਲੇ ਦਾ ਸਮਾਂ ਕੀ ਸੀ, 1774 ਤੋਂ ਲੈ ਕੇ 1785 ਤੱਕ। ਕਿਹੜਾ ਸੀ ਰਾਜੇ, ਵਾਰਨ ਹੈਸਟਿੰਗ। ਇਸ ਤੋਂ ਬਾਅਦ 1786 ਤੋਂ ਲੈ ਕੇ 93 ਤੱਕ ਕੌਣ ਆ ਗਿਆ ਸੀ, ਕਰਨਾ ਆਪਣਾ, ਠੀਕ ਹੈ ਜੀ। ਇਸ ਤੋਂ ਬਾਅਦ 93 ਤੋਂ ਲੈ ਕੇ 98 ਤੱਕ ਕਿਹੜਾ ਆ ਗਿਆ ਸੀ ਰਾਜੇ, ਇਹ ਤੁਸੀਂ ਦੱਸੋ ਹੁਣ ਕੌਣ ਆਇਆ ਸੀ, ਸਰ ਜੌਨ ਸ਼ੋਰ ਮੋਰੇ ਉਹੀ ਸੀ। ਇਸ ਤੋਂ ਬਾਅਦ ਆਪਣਾ ਆ ਗਿਆ ਸੀ 98 ਤੋਂ ਲੈ ਕੇ 1805 ਤੱਕ ਬੈਲਜ਼ਲੀ। ਜਲ ਗਿਆ ਸੀ ਸਮਝ ਲਓ ਪ੍ਰੈਸ ਤੋਂ। ਅਤੇ 1805 ਤੋਂ ਲੈ ਕੇ 1807 ਤੱਕ ਕੌਣ ਰਿਹਾ ਰਾਜੇ, ਜਾਰਜ ਬਾਰਲੋ। ਬਾਰਲੋ ਤੋਂ ਯਾਦ ਕਰ ਲਿਓ, ਬਾਰਲੋ ਬੇਲੌਰ ਜੁੜਦਾ ਨਾ ਹੱਥ ਦੇ ਵਿੱਚ, ਬੇਲੌਰ ਮੌਟਿਨੀ ਹੋਈ ਸੀ ਰਾਜੇ 1806 ਦੇ ਵਿੱਚ ਇਹਦੇ ਸਮੇਂ। ਇਸ ਤੋਂ ਬਾਅਦ ਲਾਰਡ ਮਿੰਟੋ ਬੰਨ। ਇਹ ਰਾਜੇ ਉਹੀ ਲਾਰਡ ਮਿੰਟੋ ਹੈਗਾ
ਜਿਹਨੇ ਟ੍ਰੀਟੀ ਆਫ ਅੰਮ੍ਰਿਤਸਰ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ 1809 ਦੇ ਵਿੱਚ। ਹੁਣ ਬੱਚੇ ਕਹਿਣਗੇ ਜੀ 1909 ਦੇ ਵਿੱਚ ਤੁਸੀਂ ਕਹਿੰਦੇ ਉਹਨੇ ਮਿੰਟੋ ਮਾਰਲੇ ਹੋਇਆ ਸੀ। ਉਹ ਰਾਜੇ ਜਿਹੜਾ ਮਿੰਟੋ ਮਾਰਲੇ 1909 ਦੇ ਵਿੱਚ ਹੋਇਆ ਸੀ ਨਾ, ਉਹਦੇ ਵਿੱਚ ਹੈ ਤਾਂ ਲਾਰਡ ਮਿੰਟੋ ਹੀ ਸੀ, ਪਰ ਇਹ ਲਾਰਡ ਮਿੰਟੋ 1 ਹੈ, ਉਹ ਲਾਰਡ ਮਿੰਟੋ 2 ਸੀ। ਇਹ ਗੱਲ ਵੀ ਧਿਆਨ ਦੇ ਵਿੱਚ ਰੱਖਣੀ ਹੈ। ਹੁਣ ਰਾਜੇ ਬਹੁਤ ਬੱਚੇ ਇੱਥੇ ਉਲਝ ਜਾਂਦੇ ਆ। ਹੁਣ ਜਿਹੜੀ ਰਾਜੇ ਟ੍ਰੀਟੀ ਆਫ ਅੰਮ੍ਰਿਤਸਰ ਹੋਈ ਸੀ ਨਾ, ਇਹਦੇ ਸਮੇਂ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹ ਤਾਂ ਲਾਰਡ ਮਿੰਟੋ ਹੀ ਸੀਗਾ, ਕੋਈ ਸ਼ੱਕ ਨਹੀਂ, ਲਾਰਡ ਮਿੰਟੋ ਸੀ। ਪਰ ਜਿਹੜੀ ਇਹ ਸੰਧੀ ਦੇ ਸਾਈਨ ਹੋਏ ਸੀ ਨਾ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਮੈਟਕੈਫ ਦੇ ਹੋਏ ਸੀ। ਮੈਟਕੈਫ ਇਹ ਬੰਦਾ ਘੈਂਟ ਸੀ। ਤੁਹਾਨੂੰ ਮੈਂ ਦੱਸੂਗਾ ਕਿਹੜੇ ਕਿਹੜੇ ਬੰਦੇ ਘੈਂਟ ਹੈਗੇ। ਇੱਕ ਤਾਂ ਲਾਰਡ ਕਾਰਨਵਾਲਿਸ ਘੈਂਟ ਸੀ ਬੰਦਾ, ਇੱਕ ਲਾਰਡ ਮਿੰਟੋ, ਇਹ ਵੀ ਠੀਕ ਠਾਕ ਸੀ ਬੰਦਾ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਦੇਖੋ, ਉਹ ਤਾਂ ਹੈਗਾ ਸੀ ਰਾਜੇ ਬੌਰਨ ਹੈਸਟਿੰਗ, ਇਹ ਹੈਗਾ ਲਾਰਡ ਹੈਸਟਿੰਗ। ਇਹ ਦੋਨੇ ਚੀਜ਼ਾਂ ਨੂੰ ਮਿਕਸ ਨਾ ਕਰ ਦਿਓ ਆਪਸ ਦੇ ਵਿੱਚ, ਕਿਤੇ ਮਿਕਸ ਨਹੀਂ ਕਰਨੀਆਂ, ਠੀਕ ਹੈ ਰਾਜੇ। ਦੇਖੋ ਲਾਰਡ ਮਿੰਟੋ ਦਾ ਸਮਾਂ ਕਿੰਦੋਂ ਤੋਂ ਕਿੰਨੇ ਤੱਕ ਰਿਹਾ ਰਾਜੇ? 7 ਤੋਂ ਲੈ ਕੇ 13 ਤੱਕ ਰਿਹਾ। ਇਹਦੇ ਸਮੇਂ ਬਸ ਤੁਸੀਂ ਸਿਰਫ ਆਹ ਯਾਦ ਕਰ ਲਓ ਕਿ ਲਾਰਡ ਮਿੰਟੋ 7 ਤੋਂ ਲੈ ਕੇ 13 ਤੱਕ ਰਿਹਾ। ਇਸ ਤੋਂ ਬਾਅਦ ਰਾਜੇ 13 ਤੋਂ ਲੈ ਕੇ 23 ਤੱਕ ਸਿੱਧਾ 10 ਸਾਲ ਰਿਹਾ ਹੈਗਾ। ਕੌਣ? ਲਾਰਡ ਹੈਸਟਿੰਗ ਰਿਹਾ ਹੈਗਾ। ਹੁਣ ਲਾਰਡ ਹੈਸਟਿੰਗ ਸਮੇਂ ਕੀ ਹੋਇਆ ਸੀ ਰਾਜੇ? ਇਹਦੇ ਸਮੇਂ ਤੀਜੀ ਮਰਾਠਾ ਵਾਰ ਹੋ ਗਈ ਸੀ। ਪਹਿਲੀ ਮਰਾਠਾ ਵਾਰ ਬੌਰਨ ਹੈਸਟਿੰਗ ਦੇ ਸਮੇਂ ਹੋਈ ਸੀ, ਠੀਕ ਹੈ ਜੀ। ਦੂਜੀ ਮਰਾਠਾ ਵਾਰ ਕਿਹਦੇ ਸਮੇਂ ਹੋਈ ਸੀ? ਬੈਲਜਲੀ ਦੇ ਸਮੇਂ ਹੋਈ ਸੀ। ਤੀਜੀ ਮਰਾਠਾ ਵਾਰ ਰਾਜੇ ਲਾਰਡ ਹੈਸਟਿੰਗ ਦੇ ਸਮੇਂ ਹੋਈ ਸੀ, ਠੀਕ ਹੈ ਜੀ। ਇਹਦੇ ਵਿੱਚ ਕੀ ਹੋਇਆ ਸੀ ਰਾਜੇ? ਇਹਦੇ ਵਿੱਚ ਨਾ ਮਰਾਠਿਆਂ ਨੂੰ ਜਮਾ ਖਤਮ ਹੀ ਕਰਤਾ ਸੀ ਇਹਨਾਂ ਨੇ, ਮਰਾਠਾ ਸੰਪਰਦਾਇ ਨੂੰ ਜਮਾ ਖਤਮ ਕਰ। ਇਹਦੇ ਸਮੇਂ ਇੱਕ ਕੀ ਹੋਇਆ ਸੀ ਰਾਜੇ? ਐਂਗਲੋ ਵਾਰ ਹੋਈ ਸੀ ਲਾਰਡ ਹੈਸਟਿੰਗ ਦੇ ਸਮੇਂ, ਇੱਕ ਟ੍ਰੀਟੀ ਆਫ ਸਗੂਲੀ ਹੋਈ ਸੀ। ਇਹ ਦੋਨੇ ਚੀਜ਼ਾਂ ਯਾਦ ਕਰਨੀਆਂ ਕਿਹਦੇ ਕਿਹਦੇ ਸਮੇਂ ਹੋਈਆਂ ਸੀ। ਕੀ ਹੋਇਆ ਸੀ ਰਾਜੇ? ਮਰਾਠਾ ਸੰਘ ਨੂੰ ਭੰਗ ਕਰਨਾ ਅਤੇ ਬੰਬਈ ਪ੍ਰੈਜ਼ੀਡੈਂਸੀ ਨੂੰ, ਜਿਹੜੀ ਬੰਬੇ ਪ੍ਰੈਜ਼ੀਡੈਂਸੀ ਨੂੰ ਆਪਦੇ ਨਾਲ ਮਿਲਾ ਕੇ ਇਹਨਾਂ ਨੇ ਮਰਾਠਾ ਜਿਹੜਾ ਉਹ ਸੀ ਸੰਘ ਸੀ ਉਹਨੂੰ ਖਤਮ ਕਰਤਾ ਸੀ। ਕਹਿੰਦੇ ਤਾਂ ਕੁਛ ਹੈ ਹੀ ਨਹੀਂ ਹੈਗਾ, ਪਾਰਲੀਮੈਂਟ ਆਉਂਦੀ ਸੀ ਆਪਦੀ ਆਪ ਹੀ ਰੂਲ ਪਾਸ ਕਰੀ ਗਏ ਆ, ਠੀਕ ਹੈ ਜੀ। ਇਸ ਤੋਂ ਬਾਅਦ ਰਾਜੇ ਇਹਦੇ ਸਮੇਂ ਦੇ ਵਿੱਚ ਹੀ ਰਾਇਤਵਾੜੀ ਸਿਸਟਮ ਸੀ ਜਿਹੜਾ ਉਹ ਕੀ ਕੀਤਾ ਸੀ? ਇੰਟਰੋਡਿਊਸ ਕੀਤਾ ਗਿਆ ਸੀ। ਇਹ ਪ੍ਰਸ਼ਨ ਪੁੱਛਿਆ ਜਾਊਗਾ ਤੁਹਾਡੇ ਤੋਂ ਕਿ ਇੰਟਰੋਡਿਊਸ ਕੀਤਾ ਗਿਆ ਸੀ। ਇੰਟਰੋਡਿਊਸ ਤਾਂ ਕਿਹਨੇ ਕਰਵਾਇਆ? ਕਿਹਦੇ ਸਮੇਂ ਦੇ ਵਿੱਚ ਹੋਇਆ ਸੀ? ਕਿਹਦੇ ਸਮੇਂ ਦੇ ਵਿੱਚ ਹੋਇਆ ਸੀ ਰਾਜੇ? ਲਾਰਡ ਹੈਸਟਿੰਗ ਦੇ ਸਮੇਂ ਦੇ ਵਿੱਚ। ਪਰ ਜਿਹੜਾ ਰਾਇਤਵਾੜੀ ਸਿਸਟਮ ਇਹ ਲੈ ਕੇ ਕੌਣ ਆਇਆ ਸੀ? ਲੈ ਕੇ ਆਇਆ ਸੀ ਥੋਮਸ ਮੁਨਰੋ। ਬਹੁਤ ਜ਼ਿਆਦਾ ਮਹੱਤਵਪੂਰਨ 1820 ਵੀ ਨਾਲ ਰੱਖਣਾ ਤੁਸੀਂ, ਠੀਕ ਹੈ ਜੀ। ਅਤੇ ਉਦੋਂ ਕੀ ਹੋਈ ਸੀ? ਪਿੰਡਾਰੀ ਵਾਰ ਵੀ ਹੋਈ ਸੀ। ਇਸ ਤੋਂ ਬਾਅਦ ਰਾਜੇ ਅੱਜ ਦਾ ਆਪਣਾ ਆਖਰੀ ਗਵਰਨਰ ਜਨਰਲ ਬਾਰੇ ਗੱਲ ਕਰਾਂਗੇ। 1823 ਤੋਂ ਲੈ ਕੇ 1828 ਤੱਕ ਰਿਹਾ ਆਪਣਾ ਆਖਰੀ ਗਵਰਨਰ ਜਨਰਲ, ਜਿਹਨੂੰ ਆਪਾਂ ਕਹਿੰਦੇ ਆਂਗੇ ਲਾਰਡ ਐਮਰੈਸਟ, ਜਿਹਨੂੰ ਕਹਿੰਦੇ ਆਪਾਂ ਲਾਰਡ ਐਮਰੈਸਟ। ਇਸ ਸਮੇਂ ਹੋਈ ਸੀ ਫਸਟ ਬਰਮੀਸ ਵਾਰ, ਇਹ ਯਾਦ ਕਰ ਲਿਓ। ਇਸ ਸਮੇਂ ਹੋਈ ਸੀ ਟ੍ਰੀਟੀ ਆਫ ਜਾਂਡਾਬੂ, ਅਤੇ ਇਹਦੇ ਸਮੇਂ ਭਰਤਪੁਰ ਨੂੰ ਕੈਪਚਰ ਵੀ ਕਰ ਲਿਆ ਸੀ। ਆਹ ਬਰਮੀਸ ਵਾਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਆਹ ਵੀ ਇੰਪੋਰਟੈਂਟ ਹੈਗੀ, ਠੀਕ ਹੈ ਰਾਜੇ। ਡੇਟ ਭਾਵੇਂ ਇਹਨਾਂ ਦੀ ਨਾ ਯਾਦ ਕਰੋ, ਡੇਟ ਯਾਦ ਕਰਨ ਦੀ ਕੋਈ ਲੋੜ। ਸੋ ਤੁਸੀਂ ਪੁੱਛਿਆ ਕਿਹਦੇ ਸਮੇਂ ਦੇ ਵਿੱਚ ਹੋਈ ਸੀ, ਠੀਕ ਹੈ ਜੀ। ਤਾਂ ਰਾਜੇ ਹੁਣ ਆਪਾਂ ਇੰਨਾ ਕਰ ਲਿਆ। ਹੁਣ ਜੇ ਆਪਾਂ ਇੱਕ ਵਾਰੀ ਮੋਟੀ ਮੋਟੀ ਰਿਵੀਜ਼ਨ ਕਰਵਾ ਦਾਂ ਤੁਹਾਡੀ, ਮੈਂ ਕਰਨੀ ਚਾਹੋਗੇ ਮੋਟੀ ਮੋਟੀ ਰਿਵੀਜ਼ਨ? ਕਿਉਂਕਿ ਐਂ ਨਾ ਰਾਜੇ ਹੁਣ ਆਪਾਂ ਦੇਖੋ ਆਪਾਂ ਭੱਜਣ ਵਾਲਿਆਂ 'ਚੋਂ ਤਾਂ ਹੈ ਨਹੀਂ। ਜਿਹੜੀ ਤੁਹਾਨੂੰ ਚੀਜ਼ ਕਰਵਾਊਂਗਾ ਦਿਮਾਗ ਦੇ ਵਿੱਚ ਪਾ ਕੇ ਜੇ ਤੁਹਾਡੀ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਰਿਵੀਜ਼ਨ ਕਰਵਾ ਦਿਆ ਕਰਾਂ, ਠੀਕ ਹੈ। ਮੈਨੂੰ ਪਤਾ ਆਪਦਾ ਤੁਸੀਂ ਐਸੀ ਬੇਸੀ ਕਰਨੀ ਹੈ, ਠੀਕ ਹੈ। ਚਲੋ ਮੈਂ ਥੋੜੀ ਰਿਵੀਜ਼ਨ ਕਰਵਾ ਦਿੰਦਾ। ਸਭ ਤੋਂ ਪਹਿਲਾਂ ਰਾਜੇ ਮੈਂ ਗੱਲ ਕਰੂੰਗਾ ਬੌਰਨ ਹੈਸਟਿੰਗ ਦੇ ਸਮੇਂ, ਮੋਟੀ ਮੋਟੀ ਗੱਲ ਕਰਾਂਗੇ। ਬੌਰਨ ਹੈਸਟਿੰਗ ਦੇ ਸਮੇਂ ਕੀ ਹੋਇਆ ਸੀ? ਇੱਕ ਮਿੰਟ, ਚਲੋ ਆਪਾਂ ਮੋਬਾਈਲ ਸਾਇਲੈਂਟ ਲਾਤਾ, ਠੀਕ ਹੈ ਜੀ। ਹੁਣ ਆਪਾਂ ਰਾਜੇ ਥੋੜ੍ਹੀਆਂ ਬਸ ਮੈਂ ਨਾ ਮੋਟੀ ਮੋਟੀ ਰਿਵੀਜ਼ਨ ਕਰੂੰਗਾ, ਬਾਹਲਾ ਥੋੜ੍ਹਾ ਟਾਈਮ ਨਹੀਂ ਲੈਂਦਾ ਮੈਂ। ਮੈਨੂੰ ਪਤਾ ਤੁਸੀਂ ਨਾ ਥੋੜ੍ਹੇ ਕੰਮ ਚੋਰ ਹੈਗੇ ਆ ਵਿੱਚ, ਬਾਹਲੇ ਨਹੀਂ ਕਹਿੰਦੇ, ਸਾਰੇ ਨਹੀਂ ਹੈਗੇ, ਵਿੱਚ ਹੈਗੇ ਆਪਣੇ ਚੋਬਰ ਹੈ ਜਿਹੜੇ, ਉਹਨੂੰ ਐਂ ਹੁੰਦਾ ਗੇੜਾ ਛੇੜਾ ਲੱਗ ਗਈ। ਬਸ ਮੈਂ ਇੰਪੋਰਟੈਂਟ ਗੱਲ ਦੱਸੂੰਗਾ, ਬਸ ਮੈਂ ਨਾਲ ਬੋਲੀ ਚੱਲਿਓ। ਬੌਰਨ ਹੈਸਟਿੰਗ ਦਾ ਰਾਜ ਕਿਦੋਂ ਤੋਂ ਕਿਦੋਂ ਤੱਕ ਰਿਹਾ? 1774 ਤੋਂ ਲੈ ਕੇ ਰਿਹਾ ਜੀ 1785 ਤੱਕ, ਸਿੱਧੇ 10 ਸਾਲ ਵਧਾ ਦਿਓ। ਇਹਦੇ ਸਮੇਂ ਕੀ ਕੁਛ ਹੋਇਆ ਸੀ? ਇਸ ਸਮੇਂ ਰਹੀਲਾ ਵਾਰ ਹੋਈ ਸੀ ਜੀ। ਇਸ ਸਮੇਂ ਕਲਕੱਤਾ ਦੇ ਵਿੱਚ ਹਾਈ ਕੋਰਟ ਲਾਤੀ ਸੀ ਜੀ, ਠੀਕ ਹੈ ਜੀ। ਇਸ ਸਮੇਂ ਐਸਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਹੋ ਗਈ ਸੀ ਵਿਲੀਅਮ ਜੌਨਸ ਵੱਲੋਂ। ਇਹਦੇ ਸਮੇਂ ਕੀ ਹੋਇਆ ਸੀ? ਭਗਵਤ ਗੀਤਾ ਦਾ ਟਰਾਂਸਲੇਸ਼ਨ ਹੋ ਗਿਆ ਸੀ ਰਾਜੇ 1785 ਦੇ ਵਿੱਚ। ਕਿਹਨੇ ਕਰਿਆ ਸੀ ਰਾਜੇ? ਇਹ ਕਰਿਆ ਸੀ ਚਾਰਲਸ ਵਿਲਕਿਨਸ ਨੇ, ਠੀਕ ਹੈ ਜੀ। ਰਹੀਲਾ ਵਾਰ ਹੋ ਗਿਆ ਅਤੇ ਐਸਟਿਕ ਸੁਸਾਇਟੀ ਆਫ ਬੰਗਾਲ ਹੋ ਗਈ। ਇੱਕ ਇਹਦੇ ਸਮੇਂ ਫਸਟ ਮਰਾਠਾ ਵਾਰ ਹੋਈ ਸੀ ਅਤੇ ਸੈਕਿੰਡ ਮਸੂਰ ਵਾਰ ਹੋਈ ਸੀ ਅਤੇ ਸਲਵਾਈ ਦੀ ਸੰਧੀ ਹੋਈ ਸੀ। ਬਸ ਸਾਰਾ ਕੁਝ ਯਾਦ ਹੈ। ਚਲੋ ਹੁਣ ਚੱਲਦੇ ਹਾਂ ਆਪਾਂ ਅਗਲੇ 'ਤੇ। ਦੂਜਾ ਬੰਦਾ ਕੌਣ ਸੀ ਰਾਜੇ? ਦੂਜਾ ਹੈਗਾ ਸੀ ਆਪਣਾ ਕਰਨਾ ਕੀ ਹੈ? ਫਾਦਰ ਆਫ ਸਿਵਲ ਸਰਵਿਸ, ਜਿਹੜੇ ਆਪਣੇ IPS ਬਣਦੇ ਆ ਉਹਨਾਂ ਦਾ ਫਾਦਰ। ਜਿਹੜੇ ਠਾਣੇ ਠੂਣੇ ਆ ਇਹ ਸਾਰਾ ਕੁਛ ਇਹਨੇ ਬਣਾਏ ਸੀ ਪਤੰਦਰ ਨੇ। ਦੂਜਾ
परमानेंट सैटलमेंट ये लैके आया सी कित्थे बीबी दे विच बंगाल ते बिहार दे विच। बस आ चीज़ां राजे, इदों बाद कोई प्रैशन बचे नहीं। बस आए नहीं है टेंशन लैके नहीं पढ़ना यार आप, ठीक है। होर की सी इहदे समय राजे जिहड़ी वो सी अपने अभिज्ञान शकुंतला सी, उहदा अनुवाद किया गया सी इंग्लिश दे विच 1799 दे विच। बस आ चीज़ याद करनी है, होर की याद करना। हाँ सच एक रह गई, ये समय तीजी मसूर वार हुई सी राजे, तीजी मसूर वार हुई सी ते सैरी रंग पट्टम की संधि हुई सी। हुण तुसीं याद करना, देखो पहले समय ठीक है जी सलवाई की संधि हुई सी, एस के नाम हैगा। दूजे वेले रंग पट्टम की संधि हुई सी। इहदा समा सी राजे अपना 85 तो लैके 93 तक। तीजा किहड़ा आ गया सी राजे अपना, तीजा तो एडा इंपोर्टेंट भी है नहीं सी, तीजे तो आप पढ़ के तो गए हुण। उहदा समा है सी 93 तो 98 तक। उहदे समय वो कौन सी, सर जॉन शोर मोरे, सर जॉन शोर मोरे। इहदे समय हुई सी बैटल ऑफ खारदा, किहदे मराठियां अते निजाम के विचकार। चलो ये भी निबड़ गया। हुण इदों बाद किहड़ा आया सी, इदों बाद आ गया सी अपना 98 तो लैके 1805 तक बैलजली। जिहड़ा बैलजली सी राजे इहदी जल गई सी, बस ऐ याद करो जलदा वाला सी, तां करके ने प्रैस ते पाबंदी लाती सी, ठीक है जी। दूजे ने की करता सी राजे, प्रैस ते पाबंदी लाती सी। एक ये बंदे ने एक काम होर कीता सी, इहनूं टाइगर ऑफ बंगाल भी कहा जाता गा। तीजे ने की कीता सी, नाल नाल बोलो। तीजे ने की कीता सी राजे, बैलजली ने सबसिडी अलायंस लैके आया सी, सबसिडी अलायंस लैके आया सी, ठीक है जी। होर की लैके आया सी राजे ये सबसिडी अलायंस होया सी। एक इहदे समय ट्रीटी ऑफ बसीन, ट्रीटी ऑफ बसीन हुई सी अते सैकंड मराठा वार हुई सी, सैकंड मराठा वार, ठीक है जी। ये हो गया अपने 805 तक। 805 तो लैके 807 तक अपना एक बंदी रहेगा, वो किहड़ा रहा, वो रहा बारलो। बारलो तो याद कर लिओ, इस समय हुई सी बेलूर मोटिनी। बस इदों बाद 1807 तो बाद सीधा 1813 तक कौन रहेगा, लॉर्ड मिंटो रहा। किहड़ा बन, जिहदी महाराजा रंजीत सिंह नाल ट्रीटी ऑफ अमृतसर हुई सी। इदों बाद 1813 तो बाद 1823 तक सीधा कौन रहेगा, लॉर्ड हैस्टिंग रहा। ये समय की होया सी राजे, लॉर्ड हैस्टिंग के समय, ये समय भी कोई बाले बड़े काम नहीं होए सी। सीधा याद कर लिओ, हैस्टिंग के समय एंगलो नेपाल वार, थर्ड मराठा वार, ठीक है। मराठियों का खत्म ही करता सी समय, ये गल याद रख लो। ट्रीटी ऑफ, ठीक है जी, सगूली ये हुई सी। रॉयतबाड़ी सिस्टम कौन लैके किने इंट्रोड्यूस कराया सी 1820 के विच, रायतबाड़ी जो पहला पढ़ के गया परमानेंट सैटलमेंट है। ये रायतबाड़ी है, ये थॉमस मुंदरो लैके आया 1820 के लॉर्ड हैस्टिंग के समय। तो सब तो लास्ट तो अपना रह गया, किहड़ा रह गया, 1823 तो लैके 1828 तक अपना रह गया राजे एक मेन बंदा, ਉਹਦਾ नाम हैगा एमरेस्ट। एमरेस्ट ਦੇ ਵਿੱਚ ऑपरेशन ਤੁਹਾਡੇ ਕੋਲ ਇਹੀ ਬਣੂਗਾ कि इस समय फस्ट बरमीस वार हुई सी, फस्ट बरमीस वार हुई सी एक दे समय राजे। एक दे समय हुई सी ट्रीटी ऑफ जांडा बू, ते भगतपुर नूं उदों कैप्चर कर लिया सी। इत्थों तक राजे सारा जिहड़ा कंप्लीट हो चुकिया है। इहदे विच आपां की कर चुके हैं राजे, हुण इहदे विच ध्यान नाल देखो। हुण ये लैक्चर दे विच आपां की कंप्लीट कीता है, इहदे विच राजे एक तां आपां सब तो पहला पुर्तगाली आए सी, इदों बाद डच आए सी, इदों बाद इंग्लिश आए सी, ठीक है जी। इदों बाद होर किहड़े आए सी राजे अपने एंड ते जमा फ्रेंच आए सी, ठीक है जी। तो इत्थे आए सी अपने डैंस, इन्ने जाने आए सी। पहले आपां इन्हां बारे डिस्कशन कीता गा, फिर आपां जिन्ने भी अपने गवर्नर जनरल ऑफ बंगाल बने हैं उन्हां बारे डिस्कशन किया, उन्हां दा की समा रहा है। तुसीं इहदे च की याद करना, एक तो तुसीं सारिਆਂ दा समा याद करना है। देखो बाला औखा नहीं है राजे। 1773 तो लैके 1785 तक, 85 तो लैके 1793 तक, 93 तो लैके 1898 तक, 98 तो लैके 1805 तक, 1805 तो लैके 1807 तक, ठीक है जी। 7 तो लैके 13 तक, 13 तो लैके 23 तक, 23 तो लैके 28 तक। पहला डेटा याद कर लो ऐ सालां दियां, इदों बाद ना तो थोड़े ज़्यादा ही होणगे। पहला वॉरेन हेस्टिंग, फिर करना, फिर ठीक है, फिर सर जॉन शॉन मूरे, इदों बाद बैलजली, इदों बाद बारलो, इदों बाद लॉर्ड हैस्टिंग, इदों बाद अपना एमरेस्ट। बस 4-5 सारे गिणमे तो हैगे, ठीक है। गिणमे काम आ सारिਆਂ ਦੇ। जो तुसीं 2 ਤੋਂ 3 ਵਾਰੀ रिपीट करोगे सारा कुछ कवर हो जाऊगा अपना, ठीक है जी। अगली वीडियो के आपां गल करांगे जिहड़े इदों फुन तां बनदे सी गवर्नर जनरल ऑफ बंगाल, अगली बार बनन लगणगे राजे गवर्नर जनरल ऑफ इंडिया, उन्हां दे भी आपां मेन डिस्कशन ही करांगे, ठीक है राजे। तो वीडियो नूं वध तो वध लाइक कर दिओ, शेयर कर दिओ,
ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲੈਕਚਰ ਕਿਵੇਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਸਦੇ ਰਹੋ।